ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਲੰਘੇ ਦਿਨੀ ਕੁਝ ਅਜਿਹੀਆਂ ਖਬਰਾਂ ਮੀਡੀਆ ਵਿੱਚ ਦੇਖਣ ਨੂੰ ਮਿਲੀਆਂ ਨੇ ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀ, ਕੁਝ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਆਉਣ ਵਾਲੇ 2 ਦਹਾਕਿਆਂ ਦੇ ਵਿੱਚ ਸ਼ੂਗਰ ਦੀ ਰਾਜਧਾਨੀ ਬਣਨ ਜਾ ਰਿਹਾ ਹੈ। ਬਹੁਤ ਵੱਡੀ ਗੱਲ ਸੀ, ਦਿਮਾਗ ਦੇ ਉੱਤੇ ਬੋਝ ਪਾਉਣ ਵਾਲੀ ਗੱਲ ਸੀ। ਔਰ ਜਿਹੜੇ ਸਮਾਜ ਚਿੰਤਕ ਤੇ ਲੋਕਾਂ ਦਾ ਮਾਨਵਤਾ ਦਾ ਭਲਾ ਚਾਹੁਣ ਵਾਲੇ ਲੋਕ ਨੇ, ਉਹਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈਆਂ ਸੀ। ਲੇਕਿਨ ਅੱਜ ਖੁਸ਼ੀ ਦੀ ਗੱਲ ਇਹ ਹੈ, ਮੇਰੇ ਨਾਲ ਬੈਠੇ ਨੇ ਡਾਕਟਰ ਅਮਰ ਸਿੰਘ ਆਜ਼ਾਦ। ਉਹਨਾਂ ਦਾ ਇਹ ਦਾਅਵਾ ਹੈ ਔਰ ਮੂੰਹ ਤੋੜ ਜਵਾਬ ਹੈ ਕਿ ਜਿਹੜੇ ਇਹ ਕਹਿੰਦੇ ਨੇ ਕਿ 2 ਦਹਾਕਿਆਂ 'ਚ ਭਾਰਤ ਸ਼ੂਗਰ ਦੀ ਰਾਜਧਾਨੀ ਬਣਨ ਜਾ ਰਿਹਾ। ਮੈਂ ਇਹ ਕਹਿੰਦਾ, ਡਾਕਟਰ ਆਜ਼ਾਦ ਇਹ ਕਹਿੰਦੇ ਨੇ ਕਿ ਆਉਣ ਵਾਲੇ 2 ਦਹਾਕਿਆਂ 'ਚ ਹਿੰਦੁਸਤਾਨ 'ਚੋਂ ਸ਼ੂਗਰ ਦਾ ਨਾਮੋ ਨਿਸ਼ਾਨ ਮਿਟਣ ਜਾ ਰਿਹਾ। ਕਿਵੇਂ ਕਰਦੇ ਨੇ ਇਹ ਦਾਅਵਾ? ਕਿੱਥੇ ਉਹ ਇਲਾਜ ਦਾ ਸੱਚ ਛੁਪਿਆ ਤੇ ਕਿੱਦਾਂ ਲੋਕੀ ਇਹਨਾਂ ਕੋਲੇ ਆ ਕੇ 100% ਠੀਕ ਹੋ ਕੇ ਜਾ ਰਹੇ ਨੇ, ਆਪਾਂ ਇਹਨਾਂ ਦੇ ਮੂੰਹੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਲੰਘੇ ਦਿਨੀ ਜਦੋਂ ਮੈਂ ਵੀ ਇਹ ਖਬਰ ਸੁਣੀ ਸੀਗੀ ਕਿ ਭਾਰਤ ਜਿਹੜਾ ਸ਼ੂਗਰ ਦੀ ਰਾਜਧਾਨੀ ਬਣਨ ਜਾ ਰਿਹਾ ਆਉਣ ਵਾਲੇ 2 ਦਹਾਕਿਆਂ 'ਚ, ਵੈਸੇ ਤਾਂ ਅੱਜ ਜੇਕਰ ਹਰ ਦੂਜੇ ਜਾਂ ਚੌਥੇ ਬੰਦੇ ਨੂੰ ਪੁੱਛੋ ਤਾਂ ਉਹਦੇ ਘਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ੂਗਰ ਦਾ ਮਰੀਜ਼ ਬੈਠਾ ਹੈ। ਅਤੇ ਇਹ ਜਦੋਂ ਗੱਲ ਸਾਹਮਣੇ ਆਈ ਸੀ ਤਾਂ ਉਦੋਂ ਉਹਨਾਂ ਦੀਆਂ ਗੱਲਾਂ ਮੰਨਣ ਨੂੰ ਵੀ ਦਿਲ ਕਰਨ ਲੱਗ ਪਿਆ ਸੀ ਵੀ ਹੋ ਸਕਦਾ, ਕਿਉਂਕਿ ਕੁਝ ਸਾਡਾ ਖਾਣ ਪਾਣ ਅਜਿਹਾ ਜਿਹਾ, ਵਾਤਾਵਰਨ ਅਜਿਹਾ ਜਿਹਾ, ਦਿਮਾਗ ਦੇ ਉੱਤੇ ਚਿੰਤਾਵਾਂ ਅਜੇ ਇੰਨੀਆਂ ਪਈਆਂ ਹੋਈਆਂ ਨੇ। ਕਰੋਨਾ ਕਾਲ ਦੇ ਦੌਰਾਨ ਜਿਹੜਾ ਉਹ ਲੋਕਾਂ ਦੇ ਰੁਜ਼ਗਾਰ ਖੁੱਸ ਗਏ, ਬਿਮਾਰੀਆਂ ਨੇ ਘੇਰ ਲਿਆ ਲੋਕਾਂ ਨੂੰ, ਇੰਨਾ ਕੁਝ ਸਮਾਜ ਦੇ ਵਿੱਚ ਕੁਝ ਹੋ ਰਿਹਾ ਕਿ ਸ਼ੂਗਰ ਦੀ ਬਿਮਾਰੀ ਜਿਹੜੀ ਆ ਉਹ ਤਕਰੀਬਨ ਹਰ ਦੂਜੇ ਜਾਂ ਚੌਥੇ ਬੰਦੇ ਨੂੰ ਘੇਰ ਰਹੀ ਹੈ। ਅਤੇ ਅਜਿਹੇ ਵਿੱਚ ਜਦੋਂ ਇੱਦਾਂ ਦੀ ਖਬਰ ਆਈ ਸੀ ਤਾਂ ਮੇਰੇ ਦਿਮਾਗ ਦੇ ਉੱਤੇ ਵੀ ਬੋਝ ਪਿਆ ਸੀ। ਲੇਕਿਨ ਜਦੋਂ ਅੱਜ ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸਿਆ, ਬੜੀ ਖੁਸ਼ੀ ਹੋਈ ਹੈ ਮੈਨੂੰ। ਔਰ ਸਭ ਤੋਂ ਵੱਡੀ ਖੁਸ਼ੀ ਮੈਨੂੰ ਉੱਥੋਂ ਇੱਥੇ ਆ ਕੇ ਹੁੰਦੀ ਹੈ ਕਿ ਜਦੋਂ ਮੈਂ ਤੁਹਾਡੇ ਕੋਲ ਆਉਣਾ, ਜਿੰਨੇ ਵੀ ਸ਼ੂਗਰ ਦੇ ਮਰੀਜ਼ ਇੱਥੇ ਹੁੰਦੇ ਨੇ, ਮੈਂ ਉਹਨਾਂ ਨਾਲ ਜਦੋਂ ਬਾਹਰ ਤੁਸੀਂ ਅੰਦਰ ਮਰੀਜ਼ ਦੇਖ ਰਹੇ ਹੋ, ਜਦੋਂ ਮੈਂ ਬਾਹਰ ਗੱਲ ਕਰ ਰਿਹਾ ਹੁੰਦਾ ਤਾਂ ਉਹਨਾਂ ਦਾ ਇਹ ਜਦੋਂ ਮੈਂ ਉਹਦੇ ਸੁਣਦਾ ਵੀ ਅੱਜ ਮੇਰੀ ਸ਼ੂਗਰ ਠੀਕ ਹੋ ਗਈ, ਬੱਚੇ ਦੀ ਸ਼ੂਗਰ ਠੀਕ ਹੋ ਗਈ, ਇਨਸੂਲਿਨ ਬੱਚਿਆਂ ਦੀ ਸ਼ੂਗਰ ਜਿਹੜੀ ਠੀਕ ਹੋ ਗਈ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਅਤੇ ਮੈਂ ਅਕਸਰ ਇਹ ਸੋਚਦਾ ਹੁੰਦਾ ਕਿ ਕਿਉਂ ਨਹੀਂ ਸਾਰੇ ਇਹੋ ਜਿਹੀ ਪੱਧਤੀ ਅਪਣਾਉਂਦੇ ਜਿਹਦੇ ਨਾਲ ਜਿਹੜਾ ਉਹ ਸ਼ੂਗਰ ਜੜ ਤੋਂ ਖਤਮ ਹੋ ਜਾਵੇ। ਲੇਕਿਨ ਜਦ ਤੁਸੀਂ ਅੱਜ ਇਹ ਗੱਲ ਕੀਤੀ ਹੈ ਤਾਂ ਮੈਂ ਜਾਣਨਾ ਚਾਹਾਂਗਾ ਇਹਦੇ ਪਿੱਛੇ ਦਾ ਕੀ ਰਾਜ ਹੈ। ਕੁਲਵੰਤ ਜੀ, ਆਪਾਂ ਜਿਹੜੀ ਹਿੰਦੁਸਤਾਨ ਵੈਸੇ ਉਹ ਸੱਭਿਅਤਾ ਰਹੀ ਹੈ ਜਿਹਨੇ ਕਿ ਪੂਰੀ ਮਾਨਵਤਾ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜੀ। ਇਹ ਰਿਕਾਰਡ ਹੈ ਸਾਡੀ ਇਤਿਹਾਸ ਦਾ, ਸੈਂਕੜੇ ਸਾਲਾਂ ਦਾ ਨਹੀਂ, ਹਜ਼ਾਰਾਂ ਸਾਲਾਂ ਦਾ ਜੀ। ਸਨਾਤਨ ਸੱਭਿਅਤਾ ਜਿਹੜੀ ਸੀਗੀ, ਸਨਾਤਨ ਸੱਭਿਅਤਾ ਸਾਡੀ ਮਸ਼ਹੂਰ ਰਹੀ ਹੈ ਹਜ਼ਾਰਾਂ ਸਾਲਾਂ ਤੋਂ, ਜਿਸ ਸੱਭਿਅਤਾ ਦੇ ਵੈਦਿਕ ਨੌਲੇਜ ਪ੍ਰੋਡਕਟ ਸੀਗੇ ਉਹ ਸਨਾਤਨ ਸੱਭਿਅਤਾ ਸੀ। ਉਹਨੂੰ ਹਿੰਦੂਇਜ਼ਮ ਨਾਲ ਨਹੀਂ ਜੋੜਨਾ ਚਾਹੀਦਾ, ਉਹਨੂੰ ਸਨਾਤਨ ਕਹਿੰਦੇ ਆ। ਸਨਾਤਨ ਦਾ ਮਤਲਬ ਸਨਾਤਨ ਸਾਰਾ ਕੁਛ, ਸਾਰੀ ਮਨੁੱਖਤਾ ਸ਼ਾਮਿਲ ਸੀ ਉਹਦੇ 'ਚ। ਉਹ ਸਨਾਤਨ ਨੂੰ ਪਤਾ ਨਹੀਂ ਕਿਵੇਂ ਲੋਕਾਂ ਨੇ ਜੋੜ ਕੇ ਹਿੰਦੂ ਬਣਾਤਾ। ਤਾਂ ਉਹ ਸਨਾਤਨ ਸੱਭਿਅਤਾ ਜਿਹੜੀ ਸੀਗੀ ਉਹ ਪੂਰੀ ਦੁਨੀਆ ਦੇ ਅੰਦਰ ਤੁਸੀਂ ਰਿਕਾਰਡ ਦੇਖੋ ਤਾਂ ਮੇਰੇ ਖਿਆਲ 'ਚ ਕੋਈ ਦੁਨੀਆ ਦਾ ਇਹੋ ਜਿਹਾ ਕੋਨਾ ਨਹੀਂ ਸੀ ਜਿੱਥੇ ਸਨਾਤਨ ਸੱਭਿਅਤਾ ਦਾ ਅਸਰ ਨਹੀਂ ਸੀਗਾ। ਉਸ ਤੋਂ ਅੱਗੇ ਆਈ ਹੈ ਪਰ ਫਿਰ ਬੁੱਧ ਤੋਂ ਲੈ ਲਈਏ ਤਾਂ ਬੁੱਧ ਦਾ ਦੇਖੋ ਕਿਵੇਂ ਪ੍ਰਭਾਵ ਵਧਿਆ ਪੂਰੇ ਦਾ ਪੂਰਾ ਏਸ਼ੀਆ ਦੇ ਵਿੱਚ। ਜਿਨ੍ਹਾਂ ਮੁਲਕਾਂ 'ਚ ਨਹੀਂ ਵੀ ਸੀ ਬੁੱਧ ਮੌਜੂਦ ਉਸ ਵੇਲੇ, ਕੱਟੜਵਾਦ ਸੀਗਾ, ਹਾਂ, ਉਹ ਉਹਨਾਂ ਮੁਲਕਾਂ ਨੇ ਵੀ ਜਿਹੜਾ ਹੈ ਬੁੱਧਿਜ਼ਮ ਨੂੰ ਅਡਾਪਟ ਕੀਤਾ। ਔਰ ਬੁੱਧਿਜ਼ਮ ਨੇ ਇੱਕ ਬਹੁਤ ਵੱਡੀ ਮਨੁੱਖਤਾ ਦੀ ਸਮੱਸਿਆ ਹੱਲ ਕੀਤੀ ਕਿ ਮਨੁੱਖਤਾ ਉਸ ਵੇਲੇ ਲੜਾਈਆਂ ਦੀ, ਵਾਇਲੈਂਸ ਦੀ, ਹਿੰਸਾ ਦਾ ਬਹੁਤ ਸ਼ਿਕਾਰ ਹੁੰਦੀ ਸੀ। ਤਾਂ ਬਾਮਿਆਨ ਜਿੱਥੇ ਬੁੱਧ ਦੇ ਜਿਹੜੇ ਉਹ ਤੋੜੇ ਗਏ ਸੀਗੇ ਸਕਲਪਚਰ ਜਿਹੜੇ, ਉਹ ਸਾਬਤ ਕਰਦਾ ਵੀ ਉਹ ਕਿੱਥੇ ਮਤਲਬ ਕੱਟੜਵਾਦੀਆਂ ਦਾ ਦੇਸ਼ ਤੇ ਕਿੱਥੇ ਬੁੱਧ ਦੀਆਂ ਮੂਰਤੀਆਂ ਉੱਥੇ। ਪੂਰਾ ਰਿਕਾਰਡ ਹੈਗਾ, ਔਨ ਰਿਕਾਰਡ ਹੈ, ਪੂਰਾ ਪ੍ਰੂਫ ਨੇ ਕਿ ਸਨਾਤਨ ਸੱਭਿਅਤਾ ਦੀਆਂ ਜਿਹੜੀਆਂ ਜੜ੍ਹਾਂ ਸੀਗੀਆਂ ਬੜੀ ਦੂਰ ਤੱਕ ਸੀਗੀਆਂ। ਔਰ ਇਸੇ ਕਰਕੇ ਜੜ੍ਹਾਂ ਲੱਗੀਆਂ ਸੀਗੀਆਂ ਕਿ ਸਨਾਤਨ ਸੱਭਿਅਤਾ ਕੋਲੇ ਮਨੁੱਖਤਾ ਦੀਆਂ ਸਮੱਸਿਆਵਾਂ ਦੇ ਕਾਰਗਰ ਹੱਲ ਸੀਗੇ। ਔਰ ਅੱਜ ਜੇ ਰੀਸੈਂਟ ਸ਼ਬਦ ਆ ਜੋ ਤੁਸੀਂ ਬ੍ਰਿਟਿਸ਼ ਪੀਰੀਅਡ ਦੇ ਸੋਰਸ ਕਿਵੇਂ ਬ੍ਰਿਟਿਸ਼ਰਸ ਨੇ ਔਰ ਬਾਹਰਲਿਆਂ ਨੇ ਆ ਕੇ ਸਮੱਸਿਆਵਾਂ ਖੜੀਆਂ ਕੀਤੀਆਂ ਔਰ ਫਿਰ ਹਿੰਦੁਸਤਾਨੀਆਂ ਨੇ ਉਹਨਾਂ ਨੂੰ ਹੱਲ ਕੀਤਾ। ਤਾਂ ਇਹ ਕਿਤੇ ਨਾ ਕਿਤੇ ਸਾਡਾ ਟਰੈਕ ਰਿਕਾਰਡ ਰਿਹਾ, ਕਿਉਂਕਿ ਹਿੰਦੁਸਤਾਨ ਦਾ ਜਿਹੜਾ ਇੱਕ ਬੇਸ ਹੈ, ਨੌਲੇਜ ਬੇਸ ਹੈ, ਫਲਸਫੇ ਦਾ ਬੇਸ ਹੈ, ਇੱਕ ਬ੍ਰਹਿਮੰਡ ਨੂੰ ਸਮਝਣ ਦਾ ਬੇਸ ਹੈ, ਸ੍ਰਿਸ਼ਟੀ ਨੂੰ ਸਮਝਣ ਦਾ ਬੇਸ ਹੈ, ਨੇਚਰ ਨੂੰ ਸਮਝਣ ਦਾ ਬੇਸ ਹੈ, ਉਹ ਕਮਾਲ ਹੈ।
ਉਹਨੂੰ ਮਤਲਬ ਤੁਸੀਂ ਜਦੋਂ ਜਾਣਦੇ ਹੋ ਤਾਂ ਜਿਹਨੂੰ ਕਹਿੰਦੇ ਤੁਸੀਂ ਆਸ਼ਾ-ਸ਼ਕਾਰ ਉੱਠਦੇ ਹੋ, ਉਹਦਾ ਪ੍ਰੂਫ ਸਾਡੀ ਗੁਰਬਾਣੀ ਹੈ ਗੁਰੂ ਸਾਹਿਬਾਨ ਦੀ, ਉਹਦਾ ਪ੍ਰੂਫ ਉਪਨਿਸ਼ਦ ਨੇ ਜਿਹੜੇ ਉਸ ਤੋਂ ਹਜ਼ਾਰਾਂ ਸਾਲ ਪੁਰਾਣੇ ਆ। ਉਹ ਉਪਨਿਸ਼ਦਾਂ ਦੀ ਗੱਲ ਅਸੀਂ ਸਿਰ ਕਰਕੇ ਸਿੱਧੀ ਨਹੀਂ ਕਰ ਪਾ ਰਹੇ ਕਿਉਂਕਿ ਉਹ ਸੰਸਕ੍ਰਿਤ 'ਚ ਨੇ ਤੇ ਸਾਨੂੰ ਸੰਸਕ੍ਰਿਤ ਜਿਹੜੀ ਅਸੀਂ ਗਵਾਲੀ ਹੋਈ ਹੈ, ਤੇ ਇਸ ਕਰਕੇ ਉਹ ਸਾਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਕਿ ਸੰਸਕ੍ਰਿਤ ਅਸੀਂ ਸਕੂਲਾਂ 'ਚ ਪੜ੍ਹਾਉਣੀ ਬੰਦ ਕਰਤੀ, ਕਾਲਜਾਂ 'ਚ ਪੜ੍ਹਾਉਣੀ ਬੰਦ ਕਰਤੀ, ਔਰ ਸੰਸਕ੍ਰਿਤ ਵਾਲਾ ਬੰਦਾ ਹੀ ਨਹੀਂ ਕੋਲ ਲੱਭਦਾ ਸਾਨੂੰ। ਤਾਂ ਇਸ ਕਰਕੇ ਜਿਹੜਾ ਉਹ ਗੁਰਬਾਣੀ ਕਿਉਂਕਿ ਸਾਡੇ ਬਹੁਤ ਇਸ ਰੀਜਨ ਦੀ ਹੈ ਔਰ ਉਹ ਇੱਕ ਐਸੀ ਭਾਸ਼ਾ 'ਚ ਕਿਸਮ ਸਮਝ ਆਉਂਦੀ ਹੈ, ਤਾਂ ਉਹਦਾ ਹੀ ਇੱਕ ਨਿਚੋੜ ਜਿਹਨੂੰ ਕਹਿੰਦੇ ਆ, ਉਹਦਾ ਜਿਹੜਾ ਸਾਰੰਸ਼ ਹੈ, ਉਹਦੀ ਬਿਊਟੀ ਹੈ, ਉਹਦੀ ਸੁੰਦਰਤਾ ਹੈ, ਉਪਨਿਸ਼ਦਾਂ ਦੀ ਉਹ ਗੁਰਬਾਣੀ 'ਚ ਸੰਕਤ ਹੈ। ਤਾਂ ਉਹ ਜਿਹੜਾ ਇਸ ਤਰ੍ਹਾਂ ਆਪਾਂ ਇਤਿਹਾਸ ਵੀ ਲਈਏ ਤਾਂ ਉਹ ਜਿਹੜੇ ਨੂੰ ਆਪਾਂ ਅੱਗੇ ਲੈ ਕੇ ਆਈਏ ਹੁਣ ਸ਼ੂਗਰ 'ਤੇ, ਤਾਂ ਇਹ ਦੇਖੋ ਪੱਛਮ 'ਚੋਂ ਆਈ ਸੋ ਕਾਲਡ ਐਲੋਪੈਥੀ, ਜਿਹਨੇ ਆ ਕੇ ਸਾਡਾ ਪੂਰਾ ਆਯੁਰਵੈਦਿਕ ਸਿਸਟਮ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ, ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਨਾ ਹਮਲੇ ਹੋਏ ਜਿਹੜੇ ਉਸ ਵੇਲੇ ਦੇ ਆਯੁਰਵੈਦਿਕ ਵੇਦਾਚਾਰੀਆ ਸੀਗੇ, ਉਹਨਾਂ ਨੂੰ ਸਿਸਟਮੈਟਿਕਲੀ ਡਿਸਕਰੇਜ ਕੀਤਾ ਗਿਆ, ਮਰਵਾਇਆ ਗਿਆ, ਉਹਨਾਂ ਦੇ ਲਾਇਸੈਂਸ ਖੋਏ ਗਏ, ਉਹਨੂੰ ਐਪੀਡੈਮਿਕਸ ਅੰਦਰ ਕੰਮ ਨਹੀਂ ਕਰਨ ਦਿੱਤਾ ਗਿਆ, ਔਰ ਬਹੁਤ ਉਹਨਾਂ 'ਤੇ ਜ਼ੁਲਮ ਹੋਇਆ। ਔਰ ਬਹੁਤ ਸਾਰੇ ਲੋਕ ਜਿਹੜੇ ਸੀਗੇ, ਉਹ ਜਿਹੜੇ ਵੇਦਾਚਾਰੀਆ ਸੀਗੇ, ਉਹ ਮਰੀਜ਼ ਦੇਖਣੇ ਬੰਦ ਕਰਕੇ ਡਰ ਕੇ ਯੂਨੀਵਰਸਿਟੀਆਂ ਨੂੰ ਅੱਗ ਲਗਾ ਦਿੱਤੀ ਗਈ, ਜਿੱਥੇ ਪੂਰੇ ਜਿਹੜੇ ਉਹ ਇਤਿਹਾਸ ਸਾੜ ਦਿੱਤਾ ਗਿਆ ਉੱਥੇ ਪੂਰਾ। ਔਰ ਇਹੀ ਆਯੁਰਵੇਦ ਜਿਹੜਾ ਇਹ ਜਦੋਂ ਬੁੱਧਿਜ਼ਮ ਫੈਲਿਆ ਤਾਂ ਉਹਦੇ ਨਾਲ ਆਯੁਰਵੇਦ ਵੀ ਫੈਲਿਆ। ਉਹ ਕਿਤੇ ਚਾਈਨੀਜ਼ ਹਰਬਲ ਮੈਡੀਸਨ ਕਿਤੇ ਨਾ ਕਿਤੇ ਸਾਡੇ ਆਯੁਰਵੇਦ ਦਾ ਰਿਫਲੈਕਸ਼ਨ ਹੈ, ਔਰ ਈਵਨ ਐਕੂਪ੍ਰੈਸ਼ਰ ਤੇ ਐਕੂਪੰਕਚਰ ਵੀ ਹੈ, ਉਹਦੀਆਂ ਜੜ੍ਹਾਂ ਵੀ ਸਾਡੇ ਕਿਤੇ ਨਾ ਕਿਤੇ ਆਯੁਰਵੇਦ 'ਚ ਪਈਆਂ ਨੇ। ਤਾਂ ਓਵਰਆਲ ਜਿਹੜਾ ਆਯੁਰਵੇਦ ਛਤਰੀ ਹੈ ਵੱਡੀ, ਜਿਹਦੇ ਥੱਲੇ ਸਾਡਾ ਸਾਰਾ ਉਸ ਦਾ ਹੈਲਥ ਸਿਸਟਮ ਜਿਹੜਾ ਪ੍ਰਭਾਵਿਤ ਸੀਗਾ, ਔਰ ਉਹਦੇ ਅੰਦਰ ਸਾਰਾ ਕੁਝ ਚੱਲਦਾ ਸੀਗਾ। ਉਹਦੇ 'ਚ ਆਯੁਰਵੇਦ ਤੋਂ ਕਈ ਪ੍ਰਭਾਵ ਬਿਲਕੁਲ ਨਾ ਲੈਣ ਸਰੋਤੇ ਕਿ ਮੇਰਾ ਮਤਲਬ ਆਯੁਰਵੈਦਿਕ ਮੈਡੀਸਨ ਤੋਂ ਹੈ। ਆਯੁਰਵੇਦ ਦਾ ਇੱਕ ਸਮਝ ਹੈ, ਸਿਹਤ ਦੀ ਸਮਝ ਹੈ, ਸਿਹਤ ਦਾ ਫਲਸਫਾ ਹੈ। ਉਹ ਸਿਹਤ ਜਿਉਣਾ ਕਿੱਦਾਂ, ਜਿਉਣ ਜਾਂਚ ਕਿੱਦਾਂ ਤਾਂ ਕਿ ਅਸੀਂ ਬਿਮਾਰ ਨਾ ਹੋਈਏ। ਸੋ ਆਯੁਰਵੇਦ ਇੱਕ ਬ੍ਰੌਡ ਹੈ, ਸਮਝ ਹੈ, ਜੀਵਨ ਦਾ ਸਾਇੰਸ ਹੈ, ਜਿਉਣ ਦੀ। ਆਯੁਰਵੇਦ ਦਾ ਮਤਲਬ ਇਹ ਹੈ ਕਿ ਉਹ ਵੇਦ ਜਿਹੜਾ ਆਯੁਰ ਨਾਲ ਸੰਬੰਧਿਤ ਹੈ, ਉਮਰ ਨਾਲ, ਜਿਉਣ ਨਾਲ, ਜ਼ਿੰਦਗੀ ਨਾਲ ਸੰਬੰਧਿਤ ਹੈ। ਤੋ ਇਸ ਕਰਕੇ ਜਿਹੜਾ ਆਯੁਰਵੇਦ ਹੈ ਉਹ ਇੱਕ ਬ੍ਰੌਡ ਛਤਰੀ ਹੈ, ਜਿਹਦੇ ਥੱਲੇ ਹਰਬਲ ਮੈਡੀਸਨਸ ਵੀ ਆਉਂਦੀਆਂ ਨੇ, ਸਾਡੀਆਂ ਹੋਮ ਰੈਮਡੀਜ਼ ਵੀ ਆਉਂਦੀਆਂ ਨੇ, ਸਾਡਾ ਫੂਡ ਆਉਂਦਾ। ਫੂਡ ਆਯੁਰਵੇਦ 'ਚ ਬਹੁਤ ਬਿਊਟੀਫੁਲੀ ਲਿਖਿਆ ਹੋਇਆ ਕਿ ਫੂਡ ਸਾਡਾ ਸਭ ਤੋਂ ਵੱਡਾ ਜਿਹੜਾ ਉਹ ਹਥਿਆਰ ਹੈ ਸਾਡੇ ਕੋਲੇ ਸਿਹਤਮੰਦ ਰਹਿਣ ਦਾ। ਉਸ ਤੋਂ ਬਾਅਦ ਤੁਹਾਡੀ ਨੈਚੁਰੋਪੈਥੀ ਹੈ, ਉਸ ਤੋਂ ਬਾਅਦ ਤੁਹਾਡਾ ਯੋਗਾ। ਤੇ ਯੋਗਾ ਇੰਨੀ ਬਿਊਟੀਫੁਲ ਸਾਇੰਸ ਹੈ ਕਿ ਯੋਗਾਚਾਰੀਆ ਜਿਹੜੇ ਯੋਗਾ ਕਰਨ ਵਾਲੇ ਬੰਦੇ ਨੇ ਜਾਂ ਯੋਗਾ ਜਾਣਨ ਵਾਲੇ ਬੰਦੇ ਨੇ, ਬਿਮਾਰ ਹੁੰਦੇ ਹੀ ਨਹੀਂ ਹੈ। ਧਿਆਨ ਹੋ ਯੋਗਾ ਦਾ ਪਾਰਟ ਹੀ ਹੈ, ਧਿਆਨ ਵੀ, ਧਿਆਨ ਯੋਗਾ ਜਿਹੜਾ। ਤਾਂ ਉਹ ਅਸੀਂ ਸੁੰਦਰ ਸਾਡੇ ਸੀਗੇ, ਤੇ ਸਾਡੀ ਬਦਕਿਸਮਤੀ ਕਿ ਸਾਨੂੰ ਇਹ ਜਚਾਤਾ ਗਿਆ ਵੀ ਤੁਸੀਂ ਕੈਮੀਕਲ ਬੇਸਡ ਦਵਾਈਆਂ ਖਾ ਲਓ ਜਾਂ ਸਰਜਰੀ ਕਰਾ ਲਓ। ਗੋਡੇ ਅੱਗੇ ਹੁਣ ਤਾਂ ਅੰਗ ਬਦਲਣ ਤੇ ਆ ਗਏ, ਸਾਡੇ ਅੰਗਾਂ ਨੂੰ ਤੇ ਹਮਲਾ ਹੋ ਗਿਆ ਵੀ ਤੁਹਾਡੇ ਗੋਡੇ ਖਰਾਬ ਨੇ, ਗੋਡੇ ਬਦਲਾ ਲਓ, ਪੁੜੇ ਪੁੱਟੇ ਖਰਾਬ ਨੇ, ਹਿੱਪ ਜੁਆਇੰਟ ਖਰਾਬ ਨੇ, ਹਿੱਪ ਜੁਆਇੰਟ ਬਦਲਾ ਲਓ, ਹਾਰਟ ਖਰਾਬ, ਹਾਰਟ ਬਦਲਾ ਲਓ, ਉਹ ਸਾਰਾ ਕੁਝ ਬਦਲਾ ਲਓ। ਤਾਂ ਇਹ ਜਿਹੜਾ ਕਿਤੇ ਨਾ ਕਿਤੇ ਵਿਗਿਆਨ ਆਇਆ, ਜਿਹੜਾ ਕਿ ਇੱਦਾਂ ਸਰੀਰ ਨੂੰ ਸਮਝਦਾ ਜਿੱਦਾਂ ਸਰੀਰ ਕੋਈ ਲੋਹੇ ਦੀ ਮਸ਼ੀਨ ਹੋਵੇ, ਸਪੇਅਰ ਪਾਰਟ ਬਦਲ ਦਿਓ। ਤਾਂ ਇੱਕ ਬੜੀ ਹੀ ਵਲਗਰ ਔਰ ਬੜੀ ਹੀ ਥੋਥੀ ਸਮਝ ਤੇ ਧਾਰਤ ਹੈ ਕਿ ਮਨੁੱਖੀ ਸਰੀਰ ਜਿਹੜਾ ਉਹ ਲੋਹੇ ਦੀ ਮਸ਼ੀਨ ਹੈ। ਮਨੁੱਖੀ ਸਰੀਰ ਜਿਹੜਾ ਜਿਉਂਦੀ ਜਾਗਦੀ ਚੀਜ਼ ਹੈ। ਉਹ ਜਿਉਂਦੀ ਜਾਗਦੀ ਚੀਜ਼ ਹੀ ਨਹੀਂ ਇਕੱਲੀ, ਉਹ ਪੂਰੇ ਬ੍ਰਹਿਮੰਡ ਦੀ ਜਿਹੜੀ ਵਨਨੈਸ ਹੈ, ਉਹਦੀ ਅੱਗੇ ਨੇਚਰ 'ਚ ਵਨਨੈਸ ਹੈ, ਨੇਚਰ ਦੀ ਅੱਗੇ ਹਿਊਮਨ ਬੀਇੰਗ ਵਨਨੈਸ ਹੈ। ਉਸ ਪੂਰੇ ਰਿਸ਼ਤੇ 'ਚ ਬੱਝਿਆ ਹੋਇਆ ਇੱਕ ਹਿੱਸਾ ਉਹਦਾ। ਮਨੁੱਖ ਦਾ ਸਰੀਰ ਉੱਦਾਂ ਹੀ ਹੈ ਜਿਵੇਂ ਗੀਤਾ 'ਚ ਆਉਂਦਾ ਨਾ, ਜਥਾ ਬ੍ਰਹਿਮੰਡੇ ਤਥਾ ਪਿੰਡੇ। ਜੋ ਬ੍ਰਹਿਮੰਡ ਦੀ ਰਚਨਾ ਜਿੱਦਾਂ ਹੋਈ ਹੈ, ਉੱਦਾਂ ਹੀ ਨੇਚਰ ਦੀ ਰਚਨਾ, ਉੱਦਾਂ ਹੀ ਸਰੀਰ ਦੀ ਰਚਨਾ। ਸੋ ਸਰੀਰ ਦੀ ਰਚਨਾ, ਨੇਚਰ ਦੀ ਰਚਨਾ ਤੇ ਬ੍ਰਹਿਮੰਡ ਦੀ ਰਚਨਾ ਬਿਲਕੁਲ ਤਾਲਮੇਲ ਹੈ। ਉਹ ਇੱਕੋ ਇਕਾਈ ਦੇ ਤੌਰ ਤੇ ਕੰਮ ਕਰਦੇ ਨੇ। ਤਾਂ ਵਿਗਿਆਨ ਨੇ ਵੀ ਇਸ ਗੱਲ ਤੇ ਮੋਹਰ ਲਾਤੀ। ਉਹੀ ਤਾਂ ਹੀ ਤਾਂ ਕਹਿੰਦੇ ਨੇ ਪੰਜ ਭੂਤਕ ਸਰੀਰ, ਮਿੱਟੀ, ਹਵਾ, ਪਾਣੀ, ਸਾਰਾ ਕੁਝ। ਸਾਰਾ ਆਯੁਰਵੇਦ ਦੀ ਸਮਝ ਸਾਰੀ ਉਸੇ ਤੇ ਬੇਸਡ ਹੈ। ਜਿਹੜੀ ਆਯੁਰਵੇਦ ਦੀ ਸਮਝ ਹੈ ਉਹ ਸਾਰੀ ਉਸੇ ਤੇ ਬੇਸਡ ਹੈ ਕਿ ਜਿਹੜਾ ਬ੍ਰਹਿਮੰਡ ਦਾ ਮਿੰਨੀ ਰੂਪ ਹੈ, ਨੇਚਰ ਹੈ, ਕੁਦਰਤ ਵਸਦੀ ਜਿਹੜੀ ਇਸ ਧਰਤੀ ਤੇ ਨੇਚਰ ਦਾ ਤੇ ਬ੍ਰਹਿਮੰਡ ਦਾ ਜਿਹੜਾ ਮਿੰਨੀ ਰੂਪ ਉਹ ਸਰੀਰ ਹੈ। ਤਾਂ ਉਹ ਉਹਦੇ ਨਾਲ ਜੁੜਿਆ ਵੀ ਹੋਇਆ, ਉਹੀ ਉਹਨੂੰ ਪੈਦਾ ਕਰਨ ਵਾਲਾ, ਉਹੀ ਉਹਦੇ ਪਾਲਣਹਾਰ ਹੈ। ਤੇ ਜਦੋਂ ਉਹਦੀ ਉਮਰ ਖਤਮ ਹੋ ਜਾਂਦੀ ਤੇ ਫਿਰ ਵਾਪਸ ਵਿੱਚ ਉਹਦੇ 'ਚ ਰਚ ਮਿਚ ਜਾਂਦਾ। ਮਿੱਟੀ 'ਚ ਮਿੱਟੀ ਰਚ ਜਾਂਦੀ ਹੈ, ਪਾਣੀ 'ਚ ਪਾਣੀ ਰਚ ਜਾਂਦਾ, ਹਵਾ 'ਚ ਹਵਾ ਰਚ ਜਾਂਦੀ ਹੈ, ਊਰਜਾ 'ਚ ਊਰਜਾ ਰਚ ਜਾਂਦੀ ਹੈ, ਆਕਾਸ਼ 'ਚ ਆਕਾਸ਼ ਰਚ ਜਾਂਦਾ। ਸੋ ਪੰਜੇ ਜਿਹੜੇ ਸਾਡੇ ਪੰਜ ਭੂਤ ਨੇ ਉਹਨਾਂ 'ਚ ਵਾਪਸ ਚਲੇ ਜਾਂਦੇ ਅਸੀਂ। ਤਾਂ ਇੱਕ ਕੁਦਰਤ ਦਾ ਬਹੁਤ ਸੁੰਦਰ ਖੇਲ ਹੈ, ਉਹ ਸੁੰਦਰ ਖੇਲ ਹੈ ਜਿਹੜਾ ਕਿ ਆਪਣੇ ਆਪ ਚੱਲਦਾ ਰਹਿੰਦਾ, ਜਿਸ 'ਚ ਨਾ ਕੁਛ ਮੁੱਕਦਾ ਹੈ, ਨਾ ਕੋਈ ਘਟਦਾ ਹੈ, ਨਾ ਕੋਈ ਵੱਧਦਾ, ਕੁਛ ਵੀ ਨਹੀਂ ਹੈ, ਬਸ ਖੇਲ ਹੈ। ਅਤੇ ਉਹਦੀ ਸੁੰਦਰਤਾ ਨੂੰ ਮਾਣਨ ਵਾਸਤੇ
ਅਸੀਂ ਆਉਂਦੇ ਹਾਂ ਤੇ ਫਿਰ ਸੁੰਦਰਤਾ ਨੂੰ ਮਾਣ ਕੇ ਆਪਣੇ ਵਰਗੇ ਹੋਰ ਜੀ ਪੈਦਾ ਕਰਕੇ ਅਸੀਂ ਇਸ ਸੰਸਾਰ ਤੋਂ ਵਿਦਾ ਹੋ ਜਾਂਦੇ ਹਾਂ। ਲੇਕਿਨ ਉਸ ਵਿਦਾ ਹੋਣ ਤੋਂ ਪਹਿਲਾਂ ਜਿਹੜੀ ਸਾਨੂੰ ਕੁਦਰਤ ਨੇ, ਪ੍ਰਮਾਤਮਾ ਨੇ ਆਯੂ ਬਖਸ਼ੀ ਹੈ, ਉਮਰ ਬਖਸ਼ੀ ਹੈ, ਉਹ ਸਾਡੀ ਸਿਹਤਮੰਦ ਹੋਣੀ ਚਾਹੀਦੀ ਹੈ, ਜਿਹੜੀ ਕਿ ਕੁਦਰਤ ਚਾਹੁੰਦੀ ਹੈ। ਸਾਨੂੰ ਪ੍ਰਮਾਤਮਾ ਨੇ, ਕੁਦਰਤ ਨੇ, ਅੱਜ ਵੀ ਸਾਇੰਟਿਸਟ ਕਹਿੰਦੇ ਆ, ਵੈਸੇ ਪੁਰਾਤਨ ਦੇ ਸਮਿਆਂ ਦੇ ਅੰਦਰ ਤਾਂ ਵਰਣਨ ਹੈ ਕਿ ਲੋਕ ਬਹੁਤ ਲੰਬਾ ਸਮਾਂ ਜਿਉਂਦੇ ਸੀਗੇ, ਸੈਂਕੜੇ ਸਾਲਾਂ ਜਿਉਂਦੇ ਸੀਗੇ, ਅਲੱਗ-ਅਲੱਗ ਵਰਣਨ ਆਉਂਦੇ ਆ। ਲੇਕਿਨ ਅੱਜ ਵੀ ਸਾਇੰਸ ਇਸ ਗੱਲ ਨੂੰ ਮੰਨਦੀ ਹੈ ਕਿ ਜੇ ਮਨੁੱਖੀ ਸਰੀਰ ਨੂੰ ਠੀਕ ਢੰਗ ਨਾਲ, ਸਿਹਤਮੰਦ ਢੰਗ ਨਾਲ ਚਲਾਇਆ ਜਾਵੇ ਤਾਂ ਔਸਤਨ ਵੈਸੇ 140 ਸਾਲ ਤੱਕ ਵੀ ਜਾ ਸਕਦਾ, ਲੇਕਿਨ ਉਹ 140 ਤੇ 120 ਦੇ ਵਿਚਾਲੇ ਜੇ ਕਿਤੇ ਬਣਦੀ ਹੈ ਤਾਂ 125 ਐਵਰੇਜ ਬਣਦੀ ਹੈ ਕਿ 125 ਸਾਲ ਮਨੁੱਖੀ ਸਰੀਰ ਠੀਕ ਚੱਲਣਾ ਚਾਹੀਦਾ। ਲੇਕਿਨ ਅੱਜ ਤੁਸੀਂ ਦੇਖ ਲਓ ਕਿ ਅਸੀਂ ਅੱਧ ਚ ਲੁੜਕ ਰਹੇ ਹਾਂ, ਅੱਧ ਲੁੜਕ ਰਹੇ। ਸ਼ੂਗਰ ਉਸ ਸਾਡੀ ਉਮਰ ਘਟਾਉਣ 'ਚ ਸ਼ੂਗਰ ਦਾ ਅੱਜ ਮੁੱਖ ਕੰਟਰੀਬਿਊਸ਼ਨ ਹੈ। ਸ਼ੂਗਰ ਦਾ ਮਤਲਬ ਇਕੱਲਾ ਇਹ ਨਹੀਂ ਕਿ ਜਿਹੜੇ ਬੰਦਿਆਂ ਤੇ ਸ਼ੂਗਰ ਦਾ ਬਿੱਲਾ ਲੱਗ ਗਿਆ, ਕਿਉਂਕਿ ਜਿਹੜੇ ਬੰਦਿਆਂ ਸ਼ੂਗਰ ਦਾ ਬਿੱਲਾ ਲੱਗ ਗਿਆ, ਹਰ ਇੱਕ ਬੰਦੇ ਪਿੱਛੇ ਘੱਟੋ ਘੱਟ 5, 7, 10 ਉਹ ਬੰਦੇ ਆ ਜਿਹੜੇ ਕਿ ਸ਼ੂਗਰ ਦਾ ਬਿੱਲਾ ਨਹੀਂ ਲੱਗਿਆ, ਪਰ ਉਹਨੂੰ ਲੋ ਲੈਵਲ ਦੀ ਉਹੀ ਬਿਮਾਰੀ ਹੈ ਜਿਹੜੀ ਸ਼ੂਗਰ ਵਾਲੇ ਨੂੰ ਹੁੰਦੀ ਹੈ, ਪ੍ਰੀ ਡਾਇਬਟਿਕ, ਜਿਹਦੇ 'ਚ ਪ੍ਰੀ ਡਾਇਬਟਿਸ ਕਹਿ ਲਓ ਉਹਨੂੰ ਪ੍ਰੈਗਨੈਂਸੀ ਵੇਲੇ ਉਹਨੂੰ ਪ੍ਰੈਗਨੈਂਸੀ ਡਾਇਬਟਿਸ ਕਹਿੰਦੇ ਆ। ਬੰਦੇ ਨੂੰ ਬੁਖਾਰ ਹੋ ਜੇ ਤਾਂ ਉਦੋਂ ਡਾਇਬਟਿਕ ਹੁੰਦਾ, ਜਦੋਂ ਬੁਖਾਰ ਹਟ ਜੇ ਫਿਰ ਡਾਇਬਟਿਸ ਠੀਕ ਹੋ ਜਾਂਦੀ ਹੈ। ਉਹ ਇੱਕ ਕਿਸਮ ਦੀ ਪ੍ਰੀ ਡਾਇਬਟਿਸ ਸਟੇਟ ਹੁੰਦੀ ਹੈ। ਜਦੋਂ ਵੀ ਬਾਡੀ 'ਤੇ ਕੋਈ ਸਟ੍ਰੈਸ ਪੈਂਦਾ, ਚਾਹੇ ਉਹ ਬੱਚਾ ਜੰਮਣ ਦਾ ਹੋਵੇ, ਚਾਹੇ ਕੋਈ ਟਰਾਮਾ ਹੋ ਜਾਏ, ਸੱਟ ਫੇਟ ਲੱਗ ਜੇ, ਚਾਹੇ ਕੋਈ ਬੁਖਾਰ ਹੋ ਜਾਏ ਜਾਂ ਕੋਈ ਇਨਫੈਕਸ਼ਨ ਹੋ ਜਾਏ, ਤਾਂ ਉਹ ਡਾਇਬਟਿਸ ਬਾਹਰ ਆ ਜਾਂਦੀ ਹੈ। ਜਦੋਂ ਬੰਦਾ ਠੀਕ ਹੋ ਜਾਂਦਾ ਫਿਰ ਡਾਇਬਟਿਸ ਲੁਪਤ ਹੋ ਜਾਂਦੀ ਹੈ। ਤਾਂ ਉਹਦਾ ਮਤਲਬ ਉਹ ਬਿਮਾਰੀ ਦੀ ਉਹ ਸਥਿਤੀ ਹੈ ਜਿਹੜੀ ਕਿ ਲੁਕਵੀਂ ਸੀਗੀ। ਜਦੋਂ ਬਾਡੀ 'ਤੇ ਕੋਈ ਤਣਾਅ ਪਿਆ ਤਾਂ ਉਹ ਬਾਹਰ ਆ ਗਈ, ਜਦੋਂ ਤਣਾਅ ਹਟ ਗਿਆ ਤਾਂ ਫਿਰ ਠੀਕ ਹੋ ਗਈ। ਤਾਂ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਸ਼ੂਗਰ ਦਾ, ਉਹ ਹੈ। ਆਪਾਂ ਜੇ ਬਰੋਡਲੀ ਕਹੀਏ ਇਹਨੂੰ, ਸ਼ੂਗਰ ਨੂੰ ਸਮਝੀਏ, ਕਿਉਂਕਿ ਜਿਹੜਾ ਆਪਾਂ ਕਲੇਮ ਕਰ ਰਹੇ ਹਾਂ ਕਿ ਆਉਣ ਵਾਲੇ 2 ਦਹਾਕਿਆਂ 'ਚ ਹਿੰਦੁਸਤਾਨ ਕੀ ਦੁਨੀਆ ਪੂਰੀ ਸ਼ੂਗਰ, ਅੱਜ ਹਿੰਦੁਸਤਾਨ ਦੀ ਗੱਲ ਕਰਨ ਦਾ ਇਕੱਲੇ ਦਾ ਕੁਝ ਮਤਲਬ ਨਹੀਂ, ਕਿਉਂਕਿ ਮੀਡੀਆ ਦਾ ਯੁੱਗ ਹੈ, ਕਮਿਊਨੀਕੇਸ਼ਨ ਦਾ ਯੁੱਗ ਹੈ। ਜੋ ਹਿੰਦੁਸਤਾਨ 'ਚ ਹੋਏਗਾ ਸਾਰੀ ਦੁਨੀਆ 'ਚ ਹੋਏਗਾ, ਕਿਉਂਕਿ ਉਹ ਪੁਰਾਣਾ ਯੁੱਗ ਤਾਂ ਹੈ ਨਹੀਂਗਾ ਕਿ ਹਿੰਦੁਸਤਾਨ ਕੋ ਵੱਖਰਾ ਅਤੇ ਅੱਜ ਤਾਂ ਕਿੰਨੇ ਕਹਿੰਦੇ ਗਲੋਬ ਇੱਕ ਪਿੰਡ ਹੈ। ਅੱਜ ਜੋ ਅਮਰੀਕਾ 'ਚ ਹੁੰਦਾ, ਹੁਣ ਸਾਡੇ ਕੋਲ ਮਰੀਜ਼ ਅਮਰੀਕਾ ਦੇ ਵੀ ਨੇ, ਇੰਗਲੈਂਡ ਦੇ ਵੀ ਨੇ, ਇਟਲੀ ਦੇ, ਸਭ ਹਰ ਥਾਂ ਦੇ ਮਰੀਜ਼ ਨੇ। ਅਤੇ ਇਹਦਾ ਮਤਲਬ ਜੋ ਅਸੀਂ ਭਾਰਤ 'ਚ ਕਰਾਂਗੇ, ਅਸੀਂ ਇੱਕ ਲੀਡਰ ਹੋਵਾਂਗੇ, ਪੂਰੀ ਦੁਨੀਆ ਦੇ ਵਿੱਚ। ਤਾਂ ਦੁਨੀਆ ਕੁਲਵੰਤ ਜੀ, ਮੈਂ ਤਾਂ ਕਮਾਲ ਦੀ ਤਸਵੀਰ ਦੇਖ ਰਿਹਾ ਆਉਣ ਵਾਲੇ 2 ਦਹਾਕਿਆਂ ਦੀ, ਕਿ ਜੋ ਇੱਥੇ ਹਿੰਦੁਸਤਾਨ 'ਚ ਜੋ ਮੈਂ ਉੱਭਰ ਰਿਹਾ ਵਿਗਿਆਨ ਹੈ, ਜਿਹਨੂੰ ਅਸੀਂ ਪ੍ਰੈਕਟਿਸ ਕਰ ਰਹੇ ਹਾਂ, ਜਿਹਨੂੰ ਅਸੀਂ ਹੋਲਿਸਟਿਕ ਹੈਲਥ ਕਹਿ ਰਹੇ ਹਾਂ, ਜਿਹਨੂੰ ਅਸੀਂ ਨੈਚੁਰੋਪੈਥੀ ਕਹਿ ਲਓ, ਤੁਸੀਂ ਹੋਲਿਸਟਿਕ ਕਹਿ ਲਓ, ਆਯੁਰਵੇਦ ਕਹਿ ਲਓ, ਅਲੱਗ-ਅਲੱਗ ਨਾਂ ਦੇ ਰਹੇ ਅਸੀਂ। ਉਹਦਾ ਮਤਲਬ ਇਹੀ ਹੈ ਕਿ ਜੋ ਵੀ ਸੁੰਦਰ ਹੈ, ਚਾਹੇ ਉਹ ਹੋਮਿਓਪੈਥੀ 'ਚ ਹੈ, ਚਾਹੇ ਉਹ ਆਯੁਰਵੇਦ 'ਚ ਹੈ, ਚਾਹੇ ਐਕੂਪ੍ਰੈਸ਼ਰ 'ਚ ਹੈ, ਨੈਚੁਰੋਪੈਥੀ 'ਚ ਹੈ ਜਾਂ ਐਲੋਪੈਥੀ 'ਚ ਵੀ ਹੈ, ਉਹਨੂੰ ਲੈ ਲਓ ਤੇ ਇੱਕ ਇਹੋ ਜਿਹਾ ਪੈਕੇਜ ਬਣਾਓ ਕਿ ਜੇ ਬੰਦੇ ਨੂੰ ਬਿਮਾਰ ਨਹੀਂ ਹੋਣ ਦੇਣਾ। ਜੇ ਬਿਮਾਰ ਹੋ ਗਿਆ, ਪਹਿਲਾਂ ਤਾਂ ਹੋਣ ਨਹੀਂ ਦੇਣਾ, ਰੋਕਣਾ, ਉਹਨੂੰ ਪ੍ਰੀਵੈਂਟ ਕਰਨਾ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਕਿ ਪਹਿਲਾਂ ਹੀ ਉਹਨੂੰ ਇੱਦਾਂ ਇਸ ਢੰਗ ਨਾਲ ਉਹਦੀ ਪਰਵਰਿਸ਼ ਕਰਨੀ ਹੈ ਕਿ ਬੰਦਾ ਬਿਮਾਰ ਹੋਵੇ ਹੀ ਨਾ, ਅਤੇ ਜੇ ਹੋ ਜਾਵੇ ਕਿਤੇ ਤਾਂ ਫਿਰ ਉਹਨੂੰ ਠੀਕ ਕਿਵੇਂ ਕਰਨਾ। ਤਾਂ ਉਹ ਇੱਕ ਸਾਇੰਸ ਜਿਹੜੀ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਜਿਹਨੂੰ ਕਹਿੰਦੇ ਆ ਪਲ ਰਹੀ ਹੈ, ਅਤੇ ਜਵਾਨੀ ਵੱਲ ਨੂੰ ਵੱਧ ਰਹੀ ਹੈ। ਅਜੇ ਬਚਪਨੇ 'ਚ ਹੈ, ਜਵਾਨੀ ਵੱਲ ਨੂੰ ਵੱਧ ਰਹੀ ਹੈ। ਅਤੇ ਆਉਣ ਵਾਲੇ 2 ਦਹਾਕਿਆਂ 'ਚ ਤੁਸੀਂ ਪਾਓਗੇ ਕਿ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਹੀ ਪ੍ਰੌੜ ਵਿਗਿਆਨ ਦੇ ਰੂਪ 'ਚ, ਪ੍ਰੌੜ ਇੱਕ ਸਹੂਲਤਾਂ ਦੇ ਰੂਪ 'ਚ ਆਏਗੀ, ਔਰ ਉਹਦੇ 'ਚ ਜਿਹੜਾ ਹਿੰਦੁਸਤਾਨ ਹੈ ਉਹ ਲੀਡਰ ਦਾ ਰੋਲ ਪਲੇ ਕਰੇਗਾ। ਔਰ ਹਿੰਦੁਸਤਾਨ ਇੱਕ, ਜਿਸ ਤਰ੍ਹਾਂ ਕੇਰਲਾ ਅੱਜ ਵੀ ਬਣ ਚੁੱਕਿਆ, ਕੇਰਲਾ ਅੱਜ ਹੈਲਥ ਟੂਰਿਜ਼ਮ ਦਾ ਹੱਬ ਹੈ, ਉੱਦਾਂ ਹੀ ਕੇਰਲਾ ਵਾਂਗੂ ਪੂਰਾ ਹਿੰਦੁਸਤਾਨ ਹੈਲਥ ਟੂਰਿਜ਼ਮ ਦੀ ਹੱਬ ਬਣਨ ਜਾ ਰਿਹਾ। ਅਤੇ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਵੀ, ਅਸੀਂ ਉਸ ਵਰਤਾਰੇ ਦੇ ਵਿੱਚ ਸਾਡੇ ਲੋਕਾਂ ਨੂੰ, ਪੰਜਾਬੀਆਂ ਨੂੰ ਵੀ ਫਾਇਦਾ ਹੋਵੇ। ਅਤੇ ਪੰਜਾਬੀਆਂ ਨੂੰ ਵੀ ਮੈਂ ਇੰਡਾਇਰੈਕਟਲੀ ਸੱਦਾ ਦਿੰਦਾ ਕਿ ਆਪਣੇ ਪੰਜਾਬ 'ਚ ਹੈਲਥ ਟੂਰਿਜ਼ਮ, ਇਹਨੂੰ ਅਸੀਂ ਵੈਲਨੈਸ ਇੰਡਸਟਰੀ ਵੀ ਕਹਿੰਦੇ ਹਾਂ, ਵੈਲਨੈਸ ਇੰਡਸਟਰੀ, ਵੈਲਨੈਸ ਪ੍ਰੋਡਕਟਸ ਰੇਂਜ ਦੇਖੋ ਕੀ ਹੈ। ਪਹਿਲਾਂ ਤਾਂ ਖੇਤੀ ਅਗਰ ਵਧੀਆ ਹੈ, ਆਰਗੈਨਿਕ ਹੈ, ਜੈਵਿਕ ਹੈ, ਜ਼ਹਿਰ ਮੁਕਤ ਹੈ ਅਤੇ ਡਾਈਵਰਸ ਹੈ, ਉਹਦੇ 'ਚ ਫਲ ਵੀ ਨਿੱਕਾ ਕਿਸਮ ਦੇ ਫਲ ਨੇ, ਨਿੱਕਾ ਕਿਸਮ ਦੀਆਂ ਸਬਜ਼ੀਆਂ ਨੇ, ਨਿੱਕਾ ਕਿਸਮ ਦੇ ਤਿਲਾਂ ਦੇ ਤੇਲ ਨੇ, ਉਹਦੇ ਅੰਦਰ ਨਟਸ ਵੀ ਨੇ, ਡਰਾਈ ਫਰੂਟਸ ਵੀ ਨੇ, ਉਹਦੇ ਅੰਦਰ ਅਨਾਜ ਵੀ ਹੈ। ਤੋਂ ਭਾਂਤ ਦੇ ਸਾਰੇ ਫੂਡ ਜੋ ਤੁਸੀਂ ਖਾਵਾਂਗੇ ਔਰ ਬਿਨਾਂ ਜ਼ਹਿਰ ਤੋਂ ਖਾਵਾਂਗੇ, ਤਾਂ ਤੁਸੀਂ ਦੱਸੋ ਅਸੀਂ ਕਿਉਂ ਸਿਹਤਮੰਦ ਨਹੀਂ ਰਹਾਂਗੇ। ਪਹਿਲੀ ਗੱਲ, ਖੇਤੀ ਉਹਦਾ ਸਭ ਤੋਂ ਜ਼ਰੂਰੀ ਅਤੇ ਕੇਂਦਰੀ ਮੁੱਦਾ। ਉਹਦਾ ਧੁਰਾ ਜਿਹੜਾ ਹੈ ਵੈਲਨੈਸ ਇੰਡਸਟਰੀ ਦਾ ਜਾਂ ਸਿਹਤ ਦੀ ਜੋ ਅਸੀਂ ਮਾਡਲ ਲੈ ਕੇ ਆ ਰਹੇ ਹਾਂ, ਉਹਦਾ ਧੁਰਾ ਕੀ ਹੈ? ਖੇਤੀ, ਆਰਗੈਨਿਕ ਖੇਤੀ, ਵਧੀਆ ਖੇਤੀ, ਉੱਤਮ ਖੇਤੀ, ਜ਼ਹਿਰ ਮੁਕਤ ਖੇਤੀ। ਉਹਦੇ ਆਲੇ ਦੁਆਲੇ ਕਿਹੋ ਜਿਹੀ ਇੰਡਸਟਰੀ, ਜਿਹੜੀ ਅੱਜ ਫੂਡ ਇੰਡਸਟਰੀ ਹੈ, ਅਸੀਂ ਤਬਾਹਕੁਨ ਹੈ। ਫਾਰਮਾ ਕੰਪਨੀ 'ਚ ਜਿਹੜੀ ਫੂਡ ਇੰਡਸਟਰੀ ਹੈ, ਉਹਨੇ ਸਾਡੀ ਸਿਹਤ ਦਾ ਸੱਤਿਆਨਾਸ਼ ਮਾਰਿਆ। ਫੂਡ ਇੰਡਸਟਰੀ ਸਾਨੂੰ ਬਿਮਾਰ ਕਰਦੀ ਹੈ,
ਜਿਹੜੀ ਫਾਰਮਾ ਇੰਡਸਟਰੀ ਹੈ ਉਹ ਇਲਾਜ ਕਰਨ ਦੇ ਨਾਂ ਤੇ ਆਉਂਦੀ ਹੈ, ਪਰ ਉਹ ਵੀ ਬਿਮਾਰ ਕਰਦੀ ਹੈ। ਤਾਂ ਇਸ ਕਰਕੇ ਜਿਹੜੀ ਹੁਣ ਦੀ ਅੱਜ ਦੀ ਫੂਡ ਇੰਡਸਟਰੀ ਹੈ ਬਿਮਾਰ ਕਰਨ ਵਾਲੀ ਇੰਡਸਟਰੀ ਹੈ। ਜਿਹੜੀ ਅਸੀਂ ਉਸ ਖੇਤੀ ਦੇ ਨਾਲ ਇੰਡਸਟਰੀ ਬਣਾਉਣਾ ਚਾਹੁੰਦੇ ਹਾਂ। ਫਾਰ ਐਗਜ਼ਾਮਪਲ ਜਿਹੜੇ ਮਿਲਟਸ ਅਸੀਂ ਕਹਿ ਰਹੇ ਹਾਂ, ਮਿਲਟਸ ਨੂੰ ਪ੍ਰੋਸੈਸਿੰਗ ਕਰਨੀ ਇੰਡਸਟਰੀ ਚਾਹੀਦੀ ਹੈ, ਕਿਉਂਕਿ ਇਹ ਸ਼ੈਲਿੰਗ ਕਰਨੀ ਪੈਂਦੀ ਹੈ ਇਹਦੀ। ਉਹ ਇੰਡਸਟਰੀ ਵੀ ਸਾਡੇ ਕੋਲ ਚਾਹੀਦੀ ਹੈ। ਸਾਡੇ ਕੋਲ ਹੋਰ ਆਟਾ ਬਣਾਉਣ ਦੀ ਵੀ ਚਾਹੀਦੀ ਹੈ। ਸਾਡੇ ਕੋਲ ਜਿਹੜੇ এনवायरमेंट ਫਰੈਂਡਲੀ ਸਾਬਣ ਵੀ ਚਾਹੀਦੇ ਆ। ਸਾਡੇ ਕੋਲ ਸ਼ੈਂਪੂ ਵੀ ਚਾਹੀਦੇ ਆ। ਸਾਡੇ ਕੋਲ ਹੋਰ ਸਾਰੀਆਂ ਸਹੂਲਤਾਂ, ਜੁੱਤੇ ਵੀ ਇੱਦਾਂ ਦੇ ਬਣਾਈਏ ਅਸੀਂ ਕਿ ਕੋਈ এনवायरमेंट ਪੋਲੂਟ ਨਾ ਹੋਵੇ, ਕੱਪੜਾ ਵੀ ਇੱਦਾਂ ਬਣਾਈਏ ਕੋਈ এনवायरमेंट ਪੋਲੂਟ ਨਾ ਹੋਵੇ, ਵਹੀਕਲ ਵੀ ਇੱਦਾਂ ਦੇ ਹੋਣ ਜਿਹੜੇ ਕੋਈ এনवायरमेंट ਪੋਲੂਟ। ਤਾਂ ਇੱਦਾਂ ਦੀ ਪੂਰੀ ਇੰਡਸਟਰੀ ਅਸੀਂ ਜਿਹੜੀ ਆ, ਜਿਹੜੀ ਕਿ ਛੋਟੀ ਇੰਡਸਟਰੀ ਹੈ ਅਤੇ ਮੱਧਮ ਇੰਡਸਟਰੀ ਹੈ। ਸਾਨੂੰ ਵੱਡੀ ਕਾਰਪੋਰੇਸ਼ਨਾਂ ਦੀ ਜ਼ਰੂਰਤ ਨਹੀਂ ਹੈ। ਵੱਡੀ ਕਾਰਪੋਰੇਸ਼ਨ ਆਪਣਾ ਕੰਮ ਕਰਨਾ ਤੋਂ ਕਹੋ ਤੋਂ ਵੱਡੇ ਕੰਮ ਕਰਨ, ਕਾਰਾਂ ਕੂਰਾਂ ਬਣਾਉਣ, ਕੋਈ ਜਹਾਜ਼ ਬਣਾਉਣ, ਉਹਦੇ ਕੰਮ ਲਈ ਰੱਖਣ। ਲੇਕਿਨ ਜਿਹੜੀ ਡੇ ਟੂ ਡੇ ਜਿਹੜੀ ਇੰਡਸਟਰੀ ਚਾਹੀਦੀ ਸਾਨੂੰ, ਜਿਹੜੀ ਖੇਤੀ ਦੇ ਆਲੇ ਦੁਆਲੇ ਉਸਰੇਗੀ, ਉਹ ਉਸਰ ਰਹੀ ਹੈ। ਉਹ ਇਹ ਨਹੀਂ ਕਿ ਨਵੀਂ ਉਸਰਨੀ ਸ਼ੁਰੂ ਹੋਣੀ ਹੈ, ਲੇਕਿਨ ਉਹਦੇ 'ਚ ਉਹਨੂੰ ਜਵਾਨ ਕਰਨ ਦੀ ਲੋੜ ਹੈ, ਉਹਦੇ ਅੰਦਰ ਉਹ ਕੈਮੀਕਲ ਮਾਈਨਸ ਕਰਨ ਦੀ ਲੋੜ ਹੈ। ਉਹ ਜਿਹੜੀ ਸਨਅਤ ਹੈ ਉਹ ਹੈ, ਪਲੱਸ ਮੈਡੀਸਨਲ ਪਲਾਂਟਸ, ਦਵਾ ਪੌਦੇ, ਪਲੱਸ ਨੈਚੁਰੋਪੈਥੀ ਦੇ ਕੁਝ ਟੈਕਨੀਕਸ, ਜਿਵੇਂ ਪੰਚਕਰਮਾ ਹੈ। ਪੰਚਕਰਮਾ ਐਸੀ ਬਿਊਟੀਫੁਲ ਟੈਕਨੀਕ ਹੈ, ਮੁਰਦੇ ਨੂੰ ਖੜਾ ਕਰ ਦਿੰਦੀ ਹੈ। ਇੱਕ ਵਾਰੀ ਤੁਸੀਂ ਜੇ ਬਿਲਕੁਲ ਬੈੱਡ 'ਤੇ ਪਿਆ ਬੰਦਾ, ਉਹਦਾ ਪੰਚਕਰਮਾ ਸ਼ੁਰੂ ਕਰ ਦਿਓ ਤਾਂ ਉਹ ਵੀ 10 ਦਿਨ ਕਰਵਾ ਕੇ ਪੰਚਕਰਮਾ ਉੱਠ ਕੇ ਬਹਿ ਜਾਂਦਾ ਵੀ ਹਾਂ ਦੱਸੋ ਕਿੱਥੇ ਕਿੰਨਾ ਤੁਰਨਾ ਅਤੇ ਕਿੰਨਾ ਪੂਰੀ ਭੁੱਖ ਚਮਕ ਜਾਂਦੀ ਉਹਦੀ, ਤੁਰਨ ਲੱਗ ਜਾਂਦਾ, ਸੈਰ ਕਰਨ ਲੱਗ ਜਾਂਦਾ ਬੰਦਾ। ਉਹ ਪੰਚਕਰਮਾ ਜਿਹੜਾ ਅਜੇ ਉਹਨੂੰ ਪੋਪੂਲਰਾਈਜ਼ ਕਰਨ ਦੀ ਲੋੜ ਹੈ ਕਿ ਪੰਚਕਰਮਾ ਕਿਵੇਂ ਜਿਹੜਾ। ਤਾਂ ਇਹ ਪੂਰੇ ਦਾ ਪੂਰਾ ਪੈਕੇਜ ਹੈ ਜਿਹਨੂੰ ਅਸੀਂ ਵੈਲਨੈਸ ਇੰਡਸਟਰੀ ਕਹਿੰਦੇ ਹਾਂ, ਵੈਲਨੈਸ ਸੈਂਟਰ ਕਹਿੰਦੇ ਹਾਂ। ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਥਾਂ ਸ਼ਹਿਰ 'ਚ ਵੈਲਨੈਸ ਸੈਂਟਰ ਖੁੱਲ੍ਹਣ। ਉਹਦਾ ਕਿਤੇ ਨੈਚੁਰੋਪੈਥੀ ਨਾਂ ਰੱਖ ਸਕਦੇ ਹਾਂ, ਕਿਤੇ ਵੈਲਨੈਸ ਸੈਂਟਰ ਰੱਖ ਸਕਦੇ ਹਾਂ, ਕਿਤੇ ਹੋਲਿਸਟਿਕ ਹੈਲਥ ਰੱਖ ਸਕਦੇ ਹਾਂ। ਅਸੀਂ ਡੇਰਾ ਬਸੀ ਜਿਹੜਾ ਹਸਪਤਾਲ ਖੋਲ੍ਹਿਆ ਉਹਨਾਂ ਇੰਟੈਗਰੇਟਡ ਮੈਡੀਕਲ ਸਾਇੰਸਿਸ ਕਹਿਤਾ ਉਹਨੂੰ। ਤਾਂ ਉਹ ਗੱਲ ਕੋਈ ਹੈ, ਉਹਦੇ ਨਾਂ ਕਈ ਸਾਰੇ ਹੋ ਸਕਦੇ ਆ। ਤਾਂ ਇਹ ਸਾਰਾ ਮਾਡਲ ਜਿਹੜਾ ਇਹ ਜਦੋਂ ਆਏਗਾ, ਆ ਰਿਹਾ ਉਹਦੇ ਅੰਦਰ ਇੰਨੀ ਪਾਵਰ ਹੈ ਕਿ ਸ਼ੂਗਰ ਉਹਦੇ ਸਾਹਮਣੇ ਇੱਕ ਜਿਹਨੂੰ ਕਹਿੰਦੇ ਹਨੇਰੀ ਦੇ ਵਿੱਚ ਜਿਵੇਂ ਕੱਖਾਂ ਵਾਂਗੂ ਉੱਡ ਜਾਏਗੀ, ਕਿਉਂਕਿ ਉਹੀ ਗਲਤ ਹੈ। ਸ਼ੂਗਰ ਕੋਈ ਬੰਦਾ ਥੋੜ੍ਹਾ ਬਿਮਾਰ ਨੇ, ਅਸੀਂ ਨਹੀਂ ਬਿਮਾਰ ਹੈਗੇ ਜਿਹਨੂੰ ਸ਼ੂਗਰ ਲੱਗਦੀ ਹੈ। ਬਿਮਾਰ ਫੂਡ ਹੈ, ਉਹ ਆਲਾ ਦੁਆਲਾ ਹੈ, ਉਹ ਲਾਈਫ ਸਟਾਈਲ ਹੈ ਬਿਮਾਰ। ਜਦੋਂ ਉਹੀ ਕੱਢ ਦਾਂਗੇ ਅਸੀਂ ਤਾਂ ਜਿਹੜੀ ਹੈ ਉਹ ਸ਼ੂਗਰ ਦੀ ਕੋਈ ਔਕਾਤ ਨਹੀਂ ਹੈ, ਨਾ ਕੋਈ ਸ਼ੂਗਰ ਹੋਏਗੀ ਅਤੇ ਨਾ ਸਾਨੂੰ ਕੋਈ ਬਿਮਾਰ ਕਰ ਸਕੇਗੀ। ਡਾਕਟਰ ਸਾਹਿਬ, ਇੱਕ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ ਕਿ ਤੁਸੀਂ ਗੱਲ ਕੀਤੀ ਕਿ ਆਉਣ ਵਾਲੇ 2 ਦਹਾਕਿਆਂ ਦੇ ਵਿੱਚ ਸ਼ੂਗਰ ਆਪਾਂ ਜੜ ਤੋਂ ਖਤਮ ਕਰਨ ਜਾ ਰਹੇ ਹਾਂ ਅਤੇ ਇਹ ਤੁਹਾਡਾ ਟਾਰਗੇਟ ਵੀ ਹੈ। ਕੀ ਆਪਾਂ ਇਸ ਨੂੰ ਵੀ ਉਸ ਵੱਲ ਕਦਮ ਦੇਖੀਏ ਕਿ ਜਿਹੜਾ ਖੇਤੀ ਕਾਨੂੰਨ ਪਾਸ ਹੋਏ ਨੇ ਉਹਦੇ ਵਿੱਚ ਕਣਕ ਝੋਨੇ ਦੇ ਜਿਹੜਾ ਉਹਦੇ 'ਤੇ ਵੱਡਾ ਅਟੈਕ ਹੋਇਆ, ਖੇਤੀ ਕਾਨੂੰਨਾਂ ਨੂੰ ਲੈ ਕੇ ਕਣਕ ਝੋਨੇ ਦੇ ਉੱਤੇ ਇੱਕ ਵੱਡਾ ਅਟੈਕ ਹੋਇਆ। ਕਿਸਾਨ ਬਹੁਤ ਫਿਕਰਮੰਦ ਨੇ, ਲੜਾਈ ਚੱਲ ਰਹੀ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਪਾਂ ਇਸ ਨੂੰ ਵੀ ਅੱਗੇ ਬਦਲਾਅ ਵਾਲੇ ਪਾਸੇ ਦੇਖਾਂਗੇ? ਕਿਉਂਕਿ ਇਹ ਕਿਸਾਨਾਂ ਦੇ ਦਿਮਾਗ ਵਿੱਚ ਵੀ ਕਿਤੇ ਨਾ ਕਿਤੇ ਬੈਠ ਗਿਆ ਵੀ ਅੱਜ ਆਪਾਂ ਜੇ ਹੱਲ ਕਰ ਵੀ ਲਿਆ, ਕੱਲ੍ਹ ਨੂੰ ਇਹ ਫਿਰ ਅਟੈਕ ਕਰਨਗੇ ਅਤੇ ਇਹਦਾ ਹੱਲ ਸ਼ੁਰੂ ਤੋਂ ਹੀ ਕੱਢਣਾ ਪੈਣਾ। ਅਤੇ ਕੀ ਉਹ ਉਸ ਵਾਲੇ ਪਾਸੇ ਦੂਜੇ ਪਾਸੇ ਮੁੜਨਗੇ ਅਤੇ ਇੱਕ ਨਵਾਂ ਬਦਲਾਅ ਹੋਣ ਜਾ ਰਿਹਾ? ਕਰੋ ਜੀ, ਖੇਤੀ ਦੇ ਮਾਮਲੇ 'ਚ ਪੂਰੀ ਐਤਕੀ ਇਹ ਜਿਹੜਾ ਹੋਰ ਆਹ ਦਹਾਕਾ ਚੱਲ ਰਿਹਾ, ਇਹ ਦਹਾਕਾ ਪੂਰਾ ਜਿਹਨੂੰ ਕਹਿੰਦੇ ਆ ਪੂਰਾ ਟਰਮੋਇਲ ਵਾਲਾ ਹੋਏਗਾ। ਕਿਉਂਕਿ ਇੱਕ ਪਾਸੇ ਕਾਰਪੋਰੇਟ ਜਿਹੜਾ ਫੂਡ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਇਆ ਆ ਬਿੱਲਾਂ ਦੇ ਜਾਂ GM ਸੀਡਸ ਦੇ। ਕਿਉਂਕਿ ਇਹ ਬਿੱਲ ਵੀ ਜਿਹੜੇ ਆਏ ਹੈ, ਇਹ ਕੋਈ ਸਿਰਫ ਇਹ ਨਹੀਂ ਵੀ ਮੰਡੀਆਂ 'ਤੇ ਕਬਜ਼ਾ ਕਰਨਾ ਹੈ। ਮੰਡੀ ਇੱਕ ਗੱਲ ਹੈ, ਪੂਰੀ ਖੇਤੀ 'ਤੇ ਕਬਜ਼ਾ ਕਰਨਾ, ਫਿਰ ਜੈਨੇਟਿਕਲੀ ਮੋਡੀਫਾਈਡ ਫਸਲਾਂ ਲੈ ਕੇ ਆਉਣੀਆਂ ਨੇ। ਕਿਉਂਕਿ ਜੈਨੇਟਿਕਲੀ ਮੋਡੀਫਾਈਡ ਫਸਲਾਂ ਸਿਰਫ ਕੰਪਨੀਆਂ ਕਰਵਾ ਸਕਦੀਆਂ ਨੇ, ਕਿਸਾਨ ਨਹੀਂ ਕਰ ਸਕਦਾ। ਉਹਦੇ ਬੀਜ ਹੀ ਤਾਂ ਉਹਨਾਂ ਦੇ ਕਬਜ਼ੇ 'ਚ ਨੇ, ਜੈਨੇਟਿਕਲੀ ਮੋਡੀਫਾਈਡ ਬੀਜ ਉਹਨਾਂ ਦੇ ਕਬਜ਼ੇ 'ਚ ਨੇ। ਔਰ ਉਹਨੇ ਕਦੋਂ ਕੀ ਹੋਣਾ ਉਹਦਾ ਜੈਨੇਟਿਕਲੀ ਪਤਾ ਹੀ ਕੁਛ ਨਹੀਂ। ਉਹਦੇ ਕੰਪਨੀ ਜਿਹੜੀ ਉਹਦਾ ਕਰੋੜਾਂ ਹਜ਼ਾਰਾਂ ਕਰੋੜਾਂ ਖੇਡਣਾ ਉਹਨੇ, ਉਹਦੀ ਕੋਈ ਫਸਲ ਖਰਾਬ ਵੀ ਹੋ ਜੂਗੀ ਤਾਂ ਵੀ ਉਹਨੂੰ ਪਰਵਾਹ ਨਹੀਂ, ਲੇਕਿਨ ਸਮਾਜ ਤਾਂ ਮਰ ਜਾਏਗਾ। ਮਤਲਬ ਜੈਨੇਟਿਕਲੀ ਮੋਡੀਫਾਈਡ ਫਸਲ ਤੁਸੀਂ ਲਾਤੀ, ਉਹਦੇ 'ਚ ਅੰਦਰ ਇੱਕ ਐਸਾ ਔਗਣ ਹੈ ਕਿ ਜਿਹਨੂੰ ਕੀੜਾ ਪੈ ਗਿਆ ਤਾਂ ਪੂਰੀ ਦੀ ਪੂਰੀ ਫਸਲ 100% ਹੀ ਡਿਸਟਰੋਏ ਹੋਏਗੀ। ਫਿਰ ਉਹ ਦੇਸੀ ਕੋਈ 100% ਫਸਲ ਨਹੀਂ ਡਿਸਟਰੋਏ ਹੁੰਦੀ, ਜਿੰਨਾ ਮਰਜ਼ੀ ਬਿਮਾਰੀ ਲੱਗ ਜਾਏ ਉਹਨੂੰ। ਪਹਿਲੀ ਗੱਲ ਤਾਂ ਬਿਮਾਰੀ ਲੱਗਦੀ ਨਹੀਂ ਹੈ ਦੇਸੀ ਨੂੰ, ਲੱਗ ਵੀ ਜਾਊਗੀ 10% ਖਰਾਬ ਹੋਊਗੀ, 20% ਖਰਾਬ ਹੋਊਗੀ, 30% ਖਰਾਬ ਹੋ ਜਾਊ, ਫਿਰ ਵੀ ਸਾਡੇ ਕੋਲ ਰਹੂਗੀ ਨਾ। ਲੇਕਿਨ ਜੈਨੇਟਿਕਲੀ ਮੋਡੀਫਾਈਡ ਫਸਲ ਨੂੰ ਜੇ ਬਿਮਾਰੀ ਲੱਗ ਜਾਏ 100% ਖਰਾਬ ਹੋਏਗੀ, ਸਾਰੀ ਫਸਲ ਸੜ ਕੇ ਸੁਆਹ ਹੋ ਜਾਏਗੀ। ਤੁਹਾਡੇ ਸਾਹਮਣੇ ਤੁਸੀਂ ਲੱਗੂਗਾ ਸੜੀ ਗਈ ਖੜੀ। ਇੱਦਾਂ ਹੋਇਆ BT ਨਰਮੇ 'ਚ ਹੋਇਆ, ਹੋਰ ਜੈਨੇਟਿਕਲੀ ਮੋਡੀਫਾਈਡ ਦੀਆਂ ਫਸਲਾਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਲੋਕ, ਉੱਥੇ ਹੁੰਦਾ ਇੱਦਾਂ। ਇਸ ਕਰਕੇ ਇਹਨਾਂ ਦਾ ਜਿਹੜਾ ਕਿਸਾਨਾਂ ਨੂੰ ਮਿਲਣੇ, ਇਹ ਕਾਰਪੋਰੇਟ ਦੀ ਕੋਸ਼ਿਸ਼ ਹੈ ਕਿ ਖੇਤੀ 'ਤੇ ਕਬਜ਼ਾ ਕਰ ਲਓ, ਫੂਡ 'ਤੇ ਕਬਜ਼ਾ ਕਰ ਲਓ। ਹੁਣ ਕਿਸਾਨਾਂ ਕੋਲ ਰਸਤਾ ਕੀ ਹੈ? ਇੱਕ ਰਸਤਾ ਤਾਂ ਉਹ ਹੈ ਕਿ ਉਹ ਕਹਿ ਰਹੇ ਵੀ ਅਸੀਂ ਕਾਨੂੰਨ ਨਹੀਂ ਪਾਸ ਨਹੀਂ ਹੋਣ ਦੇਣੇ। ਉਹ ਰਸਤਾ ਉਹਨਾਂ ਦਾ ਆਪਣੀ ਥਾਂ 'ਤੇ ਜਾਇਜ਼ ਹੈ, ਕਿਉਂਕਿ ਫੌਰੀ ਉਹਨਾਂ ਦੇ ਗਲ ਨੂੰ ਹੱਥ ਪਾ ਲਿਆ। ਕਾਰਪੋਰੇਟ ਨੇ ਕਿਸਾਨੀ ਦੇ ਗਲ ਨੂੰ ਹੱਥ ਪਾ ਲਿਆ, ਜਿਹਨੂੰ ਕਹਿੰਦੇ ਸ਼ਾਹ ਰਗ।
ਉਹਦੀ ਸ਼ਾਹਰਾਹ ਹੀ ਫੜ ਲਈ ਵੀ ਜੇ ਦੱਬਾਂਗੇ ਤਾਂ ਨਾਲ ਦੇ ਮਰਿਆ ਬੰਦਾ। ਸੋ ਉਹਨਾਂ ਨੇ ਆਪਣੀ ਸ਼ਾਹਰਾਹ ਬਚਾਉਣ ਲਈ ਇੱਕ ਜਿਹਨੂੰ ਕਹਿੰਦੇ ਆਪਣੀ ਐਗਜ਼ਿਸਟੈਂਸ ਦੀ ਲੜਾਈ ਲੜ ਰਹੇ ਹੋ। ਲੇਕਿਨ ਜੇ ਅੱਜ ਮੰਨ ਲਓ ਕਿਸਾਨ ਇਹ ਥਿਓਰੈਟੀਕਲੀ ਬਿੱਲ ਵਾਪਸ ਵੀ ਲੈ ਲੈਣ ਤਾਂ ਕੱਲ ਨੂੰ ਕੋਈ ਗਰੰਟੀ ਨਹੀਂ ਕਿ ਧੋਖਾ ਨਹੀਂ ਕਰਨਗੇ, ਔਰ ਰੋਜ਼ ਧੋਖੇ ਹੋ ਰਹੇ ਤੁਹਾਡੇ ਸਾਹਮਣੇ ਕਿ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਇਸ ਕਰਕੇ ਕਿਸਾਨਾਂ ਕੋਲੇ ਕੋਈ ਬਦਲ ਨਹੀਂ ਹੈ ਇਸ ਵੇਲੇ। ਕਿਸਾਨਾਂ ਕੋਲ ਇੱਕੋ ਹੀ ਰਸਤਾ ਖੁੱਲ੍ਹਾ, ਸਿਰਫ ਇੱਕੋ ਰਸਤਾ ਖੁੱਲ੍ਹਾ ਕਿ ਉਹ ਖੇਤੀ ਦਾ ਮਾਡਲ ਬਦਲ ਦਿਓ। ਕਿ ਉਹਨਾਂ ਨੂੰ ਕਹੋ ਵੀ ਅਸੀਂ ਤੁਹਾਡਾ ਮਾਡਲ ਰਿਜੈਕਟ ਕਰਦੇ ਹਾਂ, ਅਸੀਂ ਕਾਰਪੋਰੇਟ ਦਾ ਮਾਡਲ ਹੀ ਅਡਾਪਟ ਨਹੀਂ ਕਰਦੇ, ਅਸੀਂ ਚੀਜ਼ਾਂ ਉਹ ਪੈਦਾ ਕਰਾਂਗੇ ਜਿਹੜੀਆਂ ਸਾਡੀਆਂ ਅਸੀਂ ਵੇਚ ਸਕਦੇ ਹਾਂ। ਤੇ ਕੋਆਪਰੇਟਿਵ ਤੌਰ ਤੇ ਖੇਤੀ ਕਰੋ, ਕੋਆਪਰੇਟਿਵ ਤੌਰ ਤੇ ਉਹਦੀ ਮਾਰਕੀਟਿੰਗ ਕਰੋ, ਕੋਆਪਰੇਟਿਵ ਤੌਰ ਤੇ ਆਲੇ ਦੁਆਲੇ ਇੰਡਸਟਰੀ ਲਾਓ, ਇੱਧਰ ਨੂੰ ਪੈ ਜਾਓ। ਤੇ ਮੈਂ ਸਮਝਦਾ ਕਿ ਇੱਕ ਦਹਾਕੇ 'ਚ ਪੰਜਾਬ ਦੀ ਸ਼ਕਲੋਂ ਸੂਰਤ ਬਦਲ ਜਾਏਗੀ। ਪੰਜਾਬ ਦੇ ਨਾਲ ਹਰਿਆਣਾ, ਵੈਸਟਰਨ ਯੂਪੀ ਜੋ ਨੇ ਸਾਰੇ ਗ੍ਰੀਨ ਰੈਵੋਲੂਸ਼ਨ ਵਾਲੀ ਸਾਰੀ ਬੈਲਟ ਹੈ, ਉਹਦੀ ਸ਼ਕਲੋਂ ਸੂਰਤ ਬਦਲ ਜਾਏਗੀ। ਨਾਲੇ ਕਾਰਪੋਰੇਟ ਜਿਹੜੇ ਉਹਨਾਂ ਦੀ ਸਕੀਮ ਫੇਲ ਜਦੋਂ ਪਾਕਿਸਤਾਨ ਵਾਲਾ ਬਾਰਡਰ ਖੋਲ੍ਹ ਦਿਓ ਤੇ ਉਹਦਾ ਇੰਨੀ ਮੰਗ ਹੈ ਦੁਨੀਆ ਦੇ ਅੰਦਰ ਆਰਗੈਨਿਕ ਪ੍ਰੋਡਕਟਸ ਦੀ ਤੇ ਆਰਗੈਨਿਕ ਫੂਡਸ ਦੀ, ਔਰ ਨਾਲ ਵੈਲਨੈਸ ਇੰਡਸਟਰੀ। ਦੇਖੋ ਕੰਬੀਨੇਸ਼ਨ ਕਿੱਡਾ ਪਿਆਰਾ ਹੈ। ਇੱਕ ਪਾਸੇ ਸਾਡੇ ਕੋਲ ਆਰਗੈਨਿਕ ਫੂਡ ਦੇ ਮਾਰ ਲੱਗੇ ਹੋਣਗੇ ਕਿ ਸਾਡੇ ਕੋਲ ਕਣਕ ਦੀ ਸਾਡੀ ਮੰਗ ਬਹੁਤ ਹੈ, ਸਾਡੇ ਸਬਜ਼ੀਆਂ ਦੀ ਬਹੁਤ ਮੰਗ ਹੈ, ਸਾਡੇ ਫਰੂਟ ਦੀ ਬਹੁਤ ਮੰਗ ਹੈ, ਥੋੜਾ ਤੜ ਮੰਗ ਆਏਗੀ ਇਹਦੀ। ਦੇਖੋ ਦੁਨੀਆ ਪੂਰੀ ਸਾਡਾ ਤਾਂ ਕੰਟਰੀ ਬੜਾ ਗ੍ਰੇਟ ਹੈ, ਇੱਥੇ ਜਲਵਾਯੂ ਔਰ ਜ਼ਮੀਨ ਔਰ ਪਾਣੀ ਇੰਨਾ ਜ਼ਿਆਦਾ ਕੁਦਰਤ ਨੇ ਸਾਨੂੰ ਜਿਹਨੂੰ ਕਹਿੰਦੇ ਆ ਦਿਲ ਖੋਲ ਕੇ ਦਿੱਤਾ ਵੀ ਲੈ ਲਓ ਕਿੰਨਾ ਲੈ ਸਕਦੇ ਹੋ। ਇਹ ਸਾਰੇ ਮੁਲਕਾਂ ਤੋਂ ਨਹੀਂ, ਤਾਂ ਸਾਰਾ ਯੂਰਪ ਠੰਡ ਨਾਲ ਮਰੀ ਜਾਂਦਾ, ਠੀਕ ਹੈ ਨਾ। ਸੋ ਕਿਤੇ ਪਹਾੜ ਨੇ ਬਹੁਤ ਜ਼ਿਆਦਾ, ਕਿਤੇ ਠੰਡ, ਇੱਥੇ ਤਾਂ ਸਭ ਕੁਛ ਹੈ, ਕੁਦਰਤ ਨੇ ਸਭ ਕੁਝ ਦਿੱਤਾ। ਹਾਂ, ਸੋ ਇਸ ਕਰਕੇ ਜਿਹੜਾ ਸਾਡਾ ਇੱਥੋਂ ਦਾ ਜਿਹੜਾ ਆਹ ਖਿੱਤਾ ਹੈ, ਇਹਦੇ ਉੱਪਰ ਉਹਨਾਂ ਦੀ ਬਹੁਤ ਬੁਰੀ ਨਜ਼ਰ ਹੈ ਕਿ ਇੱਥੇ ਕਬਜ਼ਾ ਕਰੋ, ਕਬਜ਼ਾ ਕਰਕੇ ਆਪਣੀ ਮਨਮਰਜ਼ੀ ਕਰੋ। ਇਹਨੂੰ ਇਸ ਕਬਜ਼ੇ ਨੂੰ ਰੋਕਣ ਲਈ ਕਿਸਾਨੀ ਅੰਦੋਲਨ ਬਹੁਤ ਇੱਕ ਲੀਡਰਸ਼ਿਪ ਦਾ ਰੋਲ ਪਲੇ ਕਰ ਰਿਹਾ। ਇਸ ਗੱਲ 'ਤੇ ਕਿਸਾਨ ਵਧਾਈ ਦੇ ਪਾਤਰ ਨੇ, ਔਰ ਅੱਜ ਕਿਸਾਨੀ ਦੇ ਅੰਦਰ ਵੀ ਚੇਤਨਾ ਆ ਚੁੱਕੀ ਹੈ ਕਿ ਇਹ ਜਿਹੜੇ ਬੇਈਮਾਨ ਲੋਕ ਨੇ, ਇਹਨਾਂ ਨੇ ਕੋਈ ਰਸਤਾ ਨਹੀਂ ਦੇਣਾ ਸਾਨੂੰ। ਅਲਟੀਮੇਟਲੀ ਸਾਨੂੰ ਖੇਤੀ ਦੇ ਮਾਡਲ ਵੱਲ ਪੈਣਾ, ਔਰ ਖੇਤੀ ਦਾ ਮਾਡਲ ਹੀ ਇੱਕੋ ਇੱਕ ਹੱਲ ਹੈ, ਔਰ ਸਾਡੇ ਹੱਥ 'ਚ ਹੈ ਅੱਜ ਵੀ, ਕਿਉਂਕਿ ਕੁਦਰਤ ਸਾਡੇ ਨਾਲ ਹੈ। ਉਹ ਖੇਤੀ ਕੁਦਰਤ ਦਾ ਕੰਮ ਹੈ, ਖੇਤੀ ਇੰਡਸਟਰੀ ਦਾ ਕੰਮ ਹੀ ਨਹੀਂ ਹੈ। ਅੰਬਾਨੀ ਨੇ ਖੇਤੀ ਕੀ ਕਰਨਾ, ਉਹਦਾ ਕੀ ਕੰਮ ਹੈ ਖੇਤੀ 'ਚ? ਖੇਤੀ ਤਾਂ ਸੂਰਜ ਨੇ ਕਰਨੀ ਹੈ, ਹਵਾ ਨੇ ਕਰਨੀ ਹੈ, ਮਿੱਟੀ ਨੇ ਕਰਨੀ, ਪਾਣੀ ਨੇ ਕਰਨੀ ਹੈ, ਤੇ ਸਾਰੇ ਫ੍ਰੀ ਨੇ। ਤਾਂ ਕੁਦਰਤ ਦੀ ਦੇਣ ਨੇ, ਤੇ ਮਨੁੱਖ ਦੀ ਕਿਰਤ ਨੇ ਕਰਨੀ ਹੈ, ਕਿਰਤ ਸਾਡੀ ਹੈ। ਕਿਸੇ ਇੰਡਸਟਰੀ ਦਾ, ਕਿਸੇ ਕਾਰਪੋਰੇਟ ਦਾ ਤਾਂ ਰੋਲ ਹੀ ਕੋਈ ਨਹੀਂ ਹੈ, ਉਹ ਤਾਂ ਐਵੇਂ ਮਾਲਕ ਬਣੇ ਬੈਠੇ ਆ ਭੰਗ ਦੇ ਪਹਾੜੇ 'ਚ। ਇਸ ਕਰਕੇ ਤੁਹਾਡੀ ਜਿਹੜੀ ਗੱਲ ਸਹੀ ਹੈ ਕਿ ਇਹ ਜਿਹੜਾ ਮਾਡਲ ਹੈ ਬਦਲਣਾ, ਕਿਸਾਨੀ ਕੋਲ ਇੱਕੋ ਇੱਕ ਰਸਤਾ ਹੈ। ਅਲਟੀਮੇਟਲੀ ਹੁਣ ਆ ਜਾਓ, ਅਗਲੇ ਸਾਲ ਆ ਜਾਓ, ਅਗਲੇ ਸਾਲ ਆ ਜਾਓ, ਕੋਈ ਰਸਤਾ ਨਹੀਂ ਹੋਰ। ਤੁਹਾਡੇ ਸਾਹਮਣੇ ਕਿਵੇਂ ਸਰਕਾਰ ਅੜ ਕੇ ਬੈਠੀ ਹੈ, ਠੀਕ ਹੈ ਨਾ। ਉਹਨਾਂ ਨੇ ਕੋਈ ਰਸਤਾ ਨਹੀਂ ਦੇਣਾ, ਰਸਤਾ ਦੇ ਵੀ ਦੇਣਗੇ ਧੋਖਾ ਕਰਨਗੇ, ਕੱਲ੍ਹ ਨੂੰ ਧੋਖਾ ਹੋਏਗਾ, ਇੱਕ ਇੱਧਰੋਂ ਦੇਣਗੇ, ਇੱਧਰੋਂ ਲੈ ਲੈਣਗੇ। ਸੋ ਇਸ ਕਰਕੇ ਉਹ ਜਿੰਨੇ ਕੁ ਪਾਵਰਫੁਲ ਹੋ ਚੁੱਕੇ ਦੁਨੀਆ 'ਚ, ਤੇ ਜਿੰਨਾ ਤੋਂ ਉਹਦਾ ਕੰਟਰੋਲ ਹੋ ਚੁੱਕਿਆ ਥਰੂ ਬੈਂਕਸ ਔਰ ਥਰੂ IT ਇੰਡਸਟਰੀ। ਬੈਂਕ ਇਸ ਵੇਲੇ ਉਹਦੇ ਕਬਜ਼ੇ 'ਚ ਨੇ, ਔਰ ਅੱਜ ਦੁਨੀਆ ਦੇ ਅੰਦਰ ਜਿਹੜੀ ਉਹ ਰਾਜਾ ਹੈ ਜਿਹਦੇ ਕੋਲ ਬੈਂਕਸ ਨੇ, ਰਾਜ ਉਹਦੇ ਕੋਲ ਆ। ਇਸ ਕਰਕੇ ਤੇ ਇਹੋ ਜਿਹੀ ਕੋਈ ਵੱਡੀ ਲੜਾਈ ਤੁਸੀਂ ਲੜ ਕੇ ਵੀ ਤੁਸੀਂ ਸਰਕਾਰਾਂ ਬਦਲ ਦਿਓਗੇ, ਅਜੇ ਕੋਈ ਸੰਭਾਵਨਾ ਹਿੰਦੁਸਤਾਨ 'ਚ ਹੈ ਨਹੀਂ। ਕਿ ਪੋਲੀਟੀਕਲ ਪਾਰਟੀਆਂ ਦਾ ਹਾਲ ਦੇਖ ਲਓ ਕੀ ਹੈ। ਤੇ ਇਸ ਵੇਲੇ ਸਾਡੇ ਕੋਲ ਕਿਸਾਨੀ ਕੋਲ ਇੱਕੋ ਹੀ ਬਦਲ ਹੈ ਕਿ ਕਿਸਾਨੀ ਫੈਸਲਾ ਕਰਕੇ ਟੁੱਟ ਕੇ ਪੈ ਜਾਵੇ, ਅਸੀਂ ਤੁਹਾਡਾ ਮਾਡਲ ਰਿਜੈਕਟ ਕਰਦੇ ਹਾਂ ਖੇਤੀ ਦਾ, ਅਸੀਂ ਤੁਹਾਡਾ ਖੇਤੀ ਦਾ ਮਾਡਲ ਰਿਜੈਕਟ ਕਰਦੇ ਹਾਂ, ਤੁਹਾਡੀ ਇੰਡਸਟਰੀ ਦਾ ਮਾਡਲ ਰਿਜੈਕਟ ਕਰਦੇ ਹਾਂ, ਅਸੀਂ ਆਪਣੀ ਖੇਤੀ ਆਪ ਕਰਾਂਗੇ। ਔਰ ਕੋਈ ਜ਼ਰੂਰੀ ਨਹੀਂ ਹੈ ਵੀ ਅਸੀਂ ਇੱਕ ਸਾਲ 'ਚ ਬਦਲਣੀ ਹੈ, ਤੁਸੀਂ 5 ਸਾਲਾਂ 'ਚ ਵੀ ਬਦਲ ਦਿਓਗੇ, ਥੋੜ੍ਹੀ ਕਰਕੇ ਬਦਲਦੇ ਜਾਓ। ਨਾ ਇਹਨਾਂ ਦੀ ਔਕਾਤ ਨਹੀਂ ਹੈ। ਤੇ ਜੋ ਅੱਜ ਜੇ ਬਿੱਲ ਨਾ ਵੀ ਵਾਪਸ ਹੋਣ ਨਾ, ਇਹਨਾਂ ਦੀ ਵਜ੍ਹਾ ਕੋਈ ਫੌਰੀ ਔਕਾਤ ਨਹੀਂ ਹੈ ਵੀ ਇਹ ਕੋਈ ਧੱਕੇ ਨਾਲ ਜ਼ਮੀਨਾਂ ਖੋਲ੍ਹਣਗੇ, ਕਿਉਂਕਿ ਇਹਨਾਂ ਨੂੰ ਪਤਾ ਅੱਜ 22 ਦੀਆਂ ਇਲੈਕਸ਼ਨ ਆ ਗਈਆਂ, ਫਿਰ 24 ਦੀਆਂ ਆ ਜਾਣੀਆਂ, ਤੇ ਐਡੇ ਕਿੰਨੇ ਕਿਸੇ ਪੱਟੇ ਖਾਣੇ। ਸੋ ਇਸ ਕਰਕੇ ਜੇ ਅਸੀਂ ਇਹ ਧਈਆ ਕਰਦੇ ਵੀ ਹਰ ਸਾਲ ਅਸੀਂ 20% ਜ਼ਮੀਨ ਜਿਹੜੀ ਆ ਉਹ ਟਰਾਂਸਫਾਰਮ ਕਰ ਦੇਣੀ ਆ ਬਦਲਵੇਂ ਮਾਡਲ 'ਚ, ਤਾਂ ਕੋਈ ਗੱਲ ਨਹੀਂ, 5 ਸਾਲਾਂ 'ਚ ਸਹੀ, 5 ਸਾਲਾਂ 'ਚ ਮੈਂ ਕਹਿੰਦਾ ਧੱਕੇ 'ਚ ਵੀ ਕਰ ਲਾਂਗੇ ਅਸੀਂ, ਤਾਂ ਵੀ ਕੋਈ ਗੱਲ ਨਹੀਂ। ਇਸ ਕਰਕੇ ਕੋਈ ਐਡੀ ਜਿਹੜੀ ਹੈ ਜਿਵੇਂ ਮਾਰਾਮਾਰੀ ਵਾਲੀ ਜਾਂ ਹੜਬੜਾਹਟ ਵਾਲੀ ਗੱਲ ਨਹੀਂ ਹੈ, ਪਰ ਇੱਕ ਫੈਸਲਾ ਲੈਣ ਦੀ ਗੱਲ ਹੈ ਕਲੈਕਟਿਵਲੀ। ਉਹ ਕਲੈਕਟਿਵ ਫੈਸਲਾ ਲੈਣ ਵਾਸਤੇ ਇੱਕ ਕਲੈਕਟਿਵ ਕੌਂਸ਼ੀਅਸਨੈਸ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਤੇ ਜਥੇਬੰਦੀ ਦੀ ਲੋੜ ਹੈ, ਜਿਹੜੀ ਕਿ ਫੋਰਚੂਨੇਟਲੀ ਅਸੀਂ ਖੁਸ਼ਕਿਸਮਤ ਹਾਂ ਕਿ ਕਿਸਾਨ ਇਸ ਵੇਲੇ ਚੇਤਨ ਵੀ ਨੇ ਤੇ ਜਥੇਬੰਦ ਵੀ ਨੇ। ਔਰ ਅਸੀਂ ਇਹ ਵੀ ਇਸੇ ਗੱਲ 'ਤੇ ਪ੍ਰਾਊਡ ਹਾਂ, ਮਾਣ ਹੈ ਸਾਨੂੰ ਕਿ ਪੰਜਾਬ ਲੀਡ ਕਰ ਰਿਹਾ। ਪੰਜਾਬ ਹਰਿਆਣਾ ਦੀ ਕਿਸਾਨੀ ਨੂੰ ਵੀ ਲੀਡ ਕਰ ਰਿਹਾ, ਰਾਜਸਥਾਨ ਦੀ ਕਿਸਾਨੀ ਨੂੰ ਲੀਡ ਕਰ ਰਿਹਾ, ਉੱਤਰਾਖੰਡ ਨੂੰ ਕਰ ਰਿਹਾ, ਉੱਤਰ ਪ੍ਰਦੇਸ਼ ਨੂੰ ਕਰ ਰਿਹਾ, ਹਿਮਾਚਲ ਨੂੰ ਕਰ ਰਿਹਾ। ਸਾਰੀਆਂ ਜਿਹੜੀਆਂ ਨਾਰਥਰਨ ਸਟੇਟਸ ਨੇ ਉਹਦੇ ਅੰਦਰ ਇੱਕ ਲੀਡਰਸ਼ਿਪ ਦਾ ਰੋਲ ਪਲੇ ਕਰ ਰਿਹਾ। ਤਾਂ ਇਸੇ ਮਾਡਲ 'ਚ ਇੱਕ ਮਾਡਲ ਜਿਹੜਾ ਹੁੰਦਾ, ਇਹ ਵੈਲਨੈਸ ਦਾ ਮਾਡਲ ਤੇ ਆਰਗੈਨਿਕ ਮਾਡਲ, ਸਿਹਤ ਦਾ ਮਾਡਲ ਤੇ ਆਰਗੈਨਿਕ। ਤਾਂ ਹੀ ਅਸੀਂ ਜਿਹੜੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਨਾਲ ਖੇਤੀ ਦੀ ਗੱਲ ਵੀ ਕਰਦੇ ਹਾਂ, ਨਾਲ ਸਿਹਤ ਦੀ ਗੱਲ ਵੀ ਕਰਦੇ ਹਾਂ, ਕਿਉਂਕਿ ਪੈਕੇਜ ਹੈ। ਕਿਉਂਕਿ ਖੇਤੀ ਪੈਦਾ ਕਰੇਗੀ ਤਾਂ ਹੀ ਬੰਦਾ ਖਾਏਗਾ ਨਾ, ਜੇ ਖੇਤੀ ਗੰਦਾ ਪੈਦਾ ਕਰ ਰਹੀ ਤਾਂ ਬੰਦਾ ਗੰਦਾ ਖਾਏਗਾ, ਤੇ ਗੰਦਾ ਖਾਏਗਾ ਤਾਂ ਬਿਮਾਰ ਹੋਏਗਾ। ਸੋ ਇਸ ਕਰਕੇ ਜਿਹੜਾ ਸ਼ੂਗਰ ਤੋਂ ਬਚਣ ਦਾ ਜਿਹੜਾ ਪੂਰਾ ਦਾ ਪੂਰਾ ਪੈਕੇਜ ਹੈ। ਡਾਕਟਰ ਸਾਹਿਬ
ਮੈਂ ਅਕਸਰ ਦੇਖਦਾ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਕਿ ਤੁਹਾਡੇ ਕੋਲ ਜਿਹੜਾ ਵੀ ਕੋਈ ਆ ਰਿਹਾ ਹੈ, ਮਰੀਜ਼ ਆ ਰਿਹਾ ਸ਼ੂਗਰ ਦਾ, ਬਹੁਤ ਬੁਰੀ ਕੰਡੀਸ਼ਨ 'ਚ ਵੀ ਆਉਂਦਾ, ਜਦੋਂ ਇਨਸੂਲਿਨ ਲੱਗ ਰਹੇ ਨੇ, 4-4 ਵਾਰੀ ਇਨਸੂਲਿਨ ਲੱਗ ਰਹੇ ਨੇ, ਬੱਚਿਆਂ ਨੂੰ ਇਨਸੂਲਿਨ ਲੱਗ ਰਹੇ ਨੇ, ਵੱਡਿਆਂ ਨੂੰ ਲੱਗ ਰਹੇ ਨੇ, ਬਹੁਤ ਬੁਰੀ ਕੰਡੀਸ਼ਨ 'ਚ ਆਉਂਦਾ ਅਤੇ ਕੁਛ ਦਿਨ ਬਾਅਦ ਹੀ ਉਹ ਟੈਕਣ ਲੱਗ ਜਾਂਦਾ ਅਤੇ ਕੁਛ ਦਿਨ ਬਾਅਦ ਹੀ ਉਹ ਬੜਾ ਵਧੀਆ ਖੁਸ਼ ਮਿਜਾਜ ਹੋ ਕੇ ਅਤੇ ਗੱਲ ਕਰ ਰਿਹਾ ਹੁੰਦਾ ਵੀ ਮੈਂ ਤਾਂ ਹੁਣ ਬਿਲਕੁਲ ਠੀਕ ਹਾਂ। ਥੋੜ੍ਹਾ ਜਿਹਾ ਦਰਸ਼ਕਾਂ ਨਾਲ ਸਾਂਝਾ ਕਰੋਗੇ ਕਿ ਇਹਦੇ ਪਿੱਛੇ ਦੇ ਰਾਜ਼ ਕੀ ਨੇ, ਕਿ ਕਿੱਥੇ ਖੜੋਤ ਹੈ, ਕਿੱਥੇ ਗੜਬੜ ਹੋ ਰਹੀ ਹੈ, ਜਿੱਥੇ ਆਪਾਂ ਨੂੰ ਠੀਕ ਕਰਨ ਦੀ ਲੋੜ ਹੈ, ਤਾਂ ਕਿ ਜਿਹੜਾ 20 ਸਾਲਾਂ 'ਚ ਆਪਾਂ ਠੀਕ ਕਰਨ ਦੀ ਗੱਲ ਕਰ ਰਹੇ ਹਾਂ ਉਹਦੀ ਸ਼ੁਰੂਆਤ ਹੁਣੀ ਹੋ ਜਾਵੇ। ਬਹੁਤ ਵਧੀਆ ਸਵਾਲ ਹੈ ਤੁਹਾਡਾ ਕਮਲ ਜੀ। ਤੁਹਾਨੂੰ ਵੀ ਦੱਸ ਦੇਣੀ ਬਣਦੀ ਕਿ ਤੁਸੀਂ ਕੁਐਸਚਨ ਬੜਾ ਕਮਾਲ ਦਾ ਕਰਦੇ ਹੋ। ਅਤੇ ਉਹ ਜਿਹੜਾ ਇਹਦੀ ਜੜ ਕਿੱਥੇ ਹੈ, ਉਹਨੂੰ ਅਸੀਂ ਲਫ਼ਜ਼ ਵਰਤਦੇ ਹਾਂ ਮੈਟਾਬੋਲਿਜ਼ਮ। ਮੈਟਾਬੋਲਿਜ਼ਮ ਜਿਹੜਾ ਮਤਲਬ ਹੁੰਦਾ ਹੈ, ਇਸ ਮੈਟਾਬੋਲਿਜ਼ਮ ਕੀ ਹੈ, ਸਾਡੇ ਸਰੀਰ 'ਚ ਜੋ ਵੀ ਜੀਵਨ ਨਾਲ ਜੁੜੀਆਂ ਪ੍ਰਕਿਰਿਆਵਾਂ ਹੋ ਰਹੀਆਂ ਨੇ ਉਹਦਾ ਸਾਂਝਾ ਨਾਂ ਹੈ ਮੈਟਾਬੋਲਿਜ਼ਮ। ਮੈਟਾਬੋਲਿਜ਼ਮ ਮਤਲਬ ਕਿ ਸਾਡੀ ਮਸ਼ੀਨਰੀ ਕੰਮ ਕਿੱਦਾਂ ਕਰ ਰਹੀ ਹੈ। ਜੇ ਸਾਡੀ ਮਸ਼ੀਨਰੀ ਐਫੀਸ਼ੀਐਂਟਲੀ ਕੰਮ ਕਰ ਰਹੀ ਹੈ, ਸਾਡੀ ਮਸ਼ੀਨਰੀ ਬਹੁਤ ਕੰਪਲੈਕਸ ਹੈ। ਸਾਡੀ ਮਸ਼ੀਨਰੀ ਬਹੁਤ ਹੀ ਕੰਪਲੈਕਸ ਹੈ। ਦੇਖਣ ਨੂੰ ਅਸੀਂ ਬੜੇ ਸਿੰਪਲ ਜਿਹੇ ਲੱਗਦੇ ਹਾਂ ਕਿ ਇੱਕ ਬੰਦਾ ਤੁਰਿਆ ਫਿਰਦਾ, ਲੇਕਿਨ ਬੰਦਾ ਥੱਲੇ ਨੂੰ ਜਦੋਂ ਛੋਟੇ ਵੱਲ ਨੂੰ ਜਾਓਗੇ ਤਾਂ ਅੱਗੇ ਨਿੱਕੇ ਨਿੱਕੇ ਸੈੱਲ ਨੇ, ਸੈੱਲਾਂ ਦੇ ਨਾਲ ਬੈਕਟੀਰੀਆ ਬੈਠੇ ਆ, ਵਾਇਰਸਿਸ ਬੈਠੀਆਂ ਨੇ, ਅਤੇ ਸੈੱਲਾਂ ਦੇ ਅੰਦਰ ਹੀ ਜਨਰੇਟਰ ਲੱਗੇ ਹੋਏ ਬਿਜਲੀ ਉਹ ਪੈਦਾ ਕਰਨ ਵਾਲੀ ਊਰਜਾ, ਉੱਥੋਂ ਲੈ ਕੇ ਅੱਗੇ ਉਹ ਪੂਰੇ ਬ੍ਰਹਿਮੰਡ ਨਾਲ ਜੁੜਿਆ ਹੋਇਆ ਉਹਦਾ ਕਿਤੇ ਨਾ ਕਿਤੇ। ਤਾਂ ਇਹ ਪੂਰੇ ਦਾ ਪੂਰਾ ਕੰਪਲੈਕਸ ਸਿਸਟਮ ਹੈ ਜਿਹੜਾ ਇੱਕ ਕੰਮ ਕਰਦਾ। ਤਾਂ ਇਹ ਜਿਹੜੀ ਕੰਪਲੈਕਸ ਮਸ਼ੀਨਰੀ ਹੈ ਉਹਦੇ 'ਚ ਕੰਮ ਕਰਨ ਦਾ ਤਰੀਕਾ ਉਹਨੂੰ ਕਹਿੰਦੇ ਮੈਟਾਬੋਲਿਜ਼ਮ। ਹਰ ਬਿਮਾਰੀ ਜਿਹੜੀ ਉਹ ਮੈਟਾਬੋਲਿਜ਼ਮ ਦਾ ਡਿਸਆਰਡਰ ਹੈ। ਹਰ ਬਿਮਾਰੀ, ਹਾਂ, ਹਰ ਬਿਮਾਰੀ ਮੈਟਾਬੋਲਿਜ਼ਮ ਦਾ ਡਿਸਆਰਡਰ ਹੈ। ਮੈਟਾਬੋਲਿਜ਼ਮ ਅਗਰ ਖਰਾਬ ਹੈ, ਅਗਰ ਸਾਡੀ ਮਸ਼ੀਨਰੀ ਸਲੋ ਹੈ, ਸਲੱਗਿਸ਼ ਹੈ, ਤਾਂ ਬਿਮਾਰੀ ਕੈਚ ਕਰੇਗੀ। ਅਗਰ ਸਾਡਾ ਮੈਟਾਬੋਲਿਜ਼ਮ ਪੂਰਾ ਸਟਰਡੀ ਹੈ, ਪੂਰਾ ਤੰਦਰੁਸਤ ਹੈ, ਉਹਨੂੰ ਤੁਸੀਂ ਨਾ ਇਮਿਊਨਿਟੀ ਦੇ ਲਓ, ਉਹਨੂੰ ਤੁਸੀਂ ਜੋ ਮਰਜ਼ੀ ਨਾਂ ਦੇ ਲਓ, ਸਿਹਤ ਦੇ ਲਓ, ਕੁਛ ਕਹਿ ਲਓ, ਮੈਟਾਬੋਲਿਜ਼ਮ ਕਹਿ ਲਓ, ਇਹ ਅਲੱਗ ਅਲੱਗ ਨਾਂ ਨੇ। ਮਤਲਬ ਇਹ ਕਿ ਸਾਡੀ ਮਸ਼ੀਨਰੀ ਕਿੰਨੀ ਐਫੀਸ਼ੀਐਂਟਲੀ ਕੰਮ ਕਰ ਰਹੀ ਹੈ, ਕਿੰਨੀ ਸਮੂਥਲੀ ਕੰਮ ਕਰ ਰਹੀ ਹੈ। ਅਤੇ ਕੁਦਰਤ ਨੇ ਬਣਾਇਆ ਸਾਨੂੰ ਇੱਦਾਂ ਹੈ ਕਿ ਜੇ ਅਸੀਂ ਠੀਕ ਠਾਕ ਚੱਲੀਏ ਤਾਂ 125 ਸਾਲ ਠੀਕ ਕਰਦੀ ਰਹਿੰਦੀ ਕੰਮ ਦੇ। ਅੰਤਲੇ ਸਾਲਾਂ 'ਚ ਥੋੜ੍ਹੀ ਜਿਹੀ ਸਲੋ ਹੁੰਦੀ ਹੈ ਜਿਵੇਂ ਜਿਵੇਂ ਉਮਰ ਵੱਧਦੀ ਹੈ, ਪਰ ਸਲੋ ਹੋਣ ਦਾ ਮਤਲਬ ਨਹੀਂ ਕਿ ਉਹ ਬਿਮਾਰ ਹੋਣ ਲੱਗ ਜਾਏਗੀ। ਬਿਮਾਰ ਹੋਣ ਦੀ ਲੋੜ ਨਹੀਂ ਹੈ, ਇਹ ਜਾ ਕੇ ਬਿਨਾਂ ਬਿਮਾਰ ਹੋਏ ਵੀ ਮਰ ਸਕਦੀ ਹੈ। ਜਾਂ ਅੰਟ 'ਤੇ ਕੋਈ ਬਿਮਾਰੀ ਚੱਲ ਮਾੜੀ ਮੋਟੀ ਹੋ ਜੂਗੀ ਤਾਂ ਹੋ ਜੂਗੀ, ਮੰਨ ਲਓ 100 ਸਾਲ ਤੋਂ ਬਾਅਦ ਕੋਈ ਬਿਮਾਰੀ ਮਾੜੀ ਮੋਟੀ ਕੈਚ ਕਰ ਜੂਗੀ, ਜਿਹਦੇ ਨਾਲ ਕਿ ਡੈਥ ਜਿਹੜੀ ਆ ਉਹ ਨੇੜੇ ਆ ਜਾਏਗੀ। ਤਾਂ ਇਸ ਕਰਕੇ ਮੈਟਾਬੋਲਿਜ਼ਮ ਜਿਹੜੀ ਆ ਉਹ ਠੀਕ ਰਹਿਣੀ ਚਾਹੀਦੀ ਹੈ। ਅਤੇ ਮੈਟਾਬੋਲਿਜ਼ਮ ਨੂੰ ਠੀਕ ਰੱਖਣ ਲਈ ਸਾਨੂੰ ਕੀ ਚਾਹੀਦਾ, ਉਹਦੀ ਜਿਵੇਂ 5 ਤੱਤਾਂ ਦੇ ਬਣੇ ਆਪਾਂ ਨੂੰ ਹਵਾ ਚਾਹੀਦੀ ਹੈ, ਹਵਾ ਸਾਫ਼ ਸੁਥਰੀ ਚਾਹੀਦੀ ਹੈ, ਪਾਣੀ ਸਾਫ਼ ਸੁਥਰਾ ਚਾਹੀਦਾ ਹੈ, 2 ਚੀਜ਼ਾਂ ਹੋ ਗਈਆਂ। ਤੀਜਾ ਆਪਾਂ ਨੂੰ ਫੂਡ ਚਾਹੀਦਾ ਜਿਹੜਾ ਕਿ ਮਿੱਟੀ ਤੋਂ ਆਉਣਾ, ਜਿਹੜਾ ਕਿ ਮਿੱਟੀ ਵੀ ਸਾਫ਼ ਸੁਥਰੀ ਚਾਹੀਦੀ ਹੈ। ਸੂਰਜ ਦੇਵਤਾ ਫ੍ਰੀ ਹੈ, ਉਹ ਕਲਾਈਮੇਟ ਚਾਹੀਦਾ ਵਧੀਆ। ਉਹਦੇ 'ਚ ਵੀ ਆਪਾਂ ਨੂੰ ਉਹ ਜਿਹੜਾ ਓਜ਼ੋਨ ਪਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਤਾਂ ਕਿ ਉਹ ਆਪਾਂ ਨੂੰ ਅਲਟਰਾਵਾਇਲਟ ਕਿਰਨਾਂ ਨਾਲ। ਓਜ਼ੋਨ ਪਰਤ ਵਾਲੀ ਗੱਲ ਵੀ ਹੈ। ਜਾਂ ਕੁਛ ਕੰਟਰੀ ਇਹੋ ਜਿਹੀ ਜਿੱਥੇ ਸੂਰਜ ਨਿਕਲਦਾ ਹੀ ਬਹੁਤ ਔਖਾ, 6-6 ਮਹੀਨੇ 8-8 ਮਹੀਨੇ ਬਰਫ਼ ਪਈ ਰਹਿੰਦੀ ਹੈ। ਸਾਡਾ ਅਸੀਂ ਖੁਸ਼ਕਿਸਮਤ ਹਾਂ ਕਿ ਸਾਲ 'ਚੋਂ ਹਾਰਡਲੀ 20 ਕੁ ਦਿਨ, 25 ਦਿਨ, ਮਹੀਨਾ ਟੁੱਟਵਾਂ ਕਿਤੇ ਬੱਦਲਵਾਈ ਹੋਵੇ ਤਾਂ ਭਾਵੇਂ ਉਹ ਵੀ ਬੱਦਲਵਾਈ ਕਰਕੇ, ਨਹੀਂ ਤਾਂ ਸੂਰਜ ਦੇਵਤਾ ਹਮੇਸ਼ਾ ਹੀ ਸਾਡੇ 'ਤੇ ਮਿਹਰਬਾਨ ਹੈ। ਉਹ ਸਾਡੀਆਂ ਫਸਲਾਂ ਨੂੰ ਅਤੇ ਸਾਡੇ ਦਰਖਤਾਂ ਨੂੰ ਉਹ ਰੋਜ਼ ਨਵੀਂ ਭਰਪੂਰ ਊਰਜਾ ਦਿੰਦਾ ਰਹਿੰਦਾ। ਤਾਂ ਉਹ ਅਸੀਂ ਜਿਹੜੀ ਹੈ ਮਤਲਬ ਕਹਿੰਦੇ ਦੁਨੀਆ 'ਚ ਇਸ ਵੇਲੇ ਇੱਕ ਪ੍ਰਿਵਿਲੇਜ ਸਿਵਲਾਈਜੇਸ਼ਨ ਆ, ਜਿਹੜੀ ਕਿ ਤਾਂ ਹੀ ਸਾਡੀ ਅਮੀਰੀ ਵੀ ਇਸੇ ਦੇ ਸੀ। ਜਿਹੜੀ ਸਾਡੀ ਅਮੀਰ ਸੱਭਿਅਤਾ ਰਹੀ ਹੈ, ਵਿਕਸਿਤ ਹੋਈ ਹੈ ਹਜ਼ਾਰਾਂ ਸਾਲਾਂ ਤੋਂ, ਉਹ ਵੀ ਉਹਦਾ ਆਧਾਰ ਵੀ ਇਹੀ ਸੀਗਾ। ਅੱਜ ਤਾਂ ਹੀ ਦੁਸ਼ਮਣਾਂ ਦੀ ਜਿਹੜੀ ਨਜ਼ਰ ਹੈ ਉਹ ਜਿਹੜੀ ਸਾਡੇ 'ਤੇ ਬਹੁਤ ਬੁਰੀ ਨਜ਼ਰ ਹੈ। ਇਹ ਸਾਰੇ ਦਾ ਸਾਰਾ ਜਿਹੜਾ ਵਰਤਾਰਾ ਹੈ, ਜੇ ਫੂਡ ਠੀਕ ਬਣ ਗਿਆ, ਫਿਰ ਫੂਡ ਨੂੰ ਨੈਚੁਰਲ ਖਾਣਾ ਹੈ ਜਿੱਦਾਂ ਹੈ ਕੁਦਰਤ, ਕਿਉਂਕਿ ਕੁਦਰਤ ਤੋਂ ਅਸੀਂ ਸਾਡੀ ਕਮਿਊਨੀਕੇਸ਼ਨ ਹੈ। ਜੇ ਕੁਦਰਤੀ ਖਾਵਾਂਗੇ, ਉਹਦੀ ਦੁਨੀਆ ਦੀ ਸਭ ਤੋਂ ਵੱਡੀ ਸਟੱਡੀ ਹੋਈ ਹੈ। ਆਯੁਰਵੇਦ ਤਾਂ ਪਹਿਲਾਂ ਕਹਿੰਦਾ ਸੀਗਾ ਕਿ ਪਲਾਂਟ ਬੇਸਡ ਹੋਲ ਫੂਡ ਖਾਓ। ਇਹ ਨਹੀਂ ਕੋਈ ਚਾਈਨਾ ਸਟੱਡੀ ਨੇ ਨਵੀਂ ਗੱਲ ਕੀਤੀ, ਲੇਕਿਨ ਚਾਈਨਾ ਸਟੱਡੀ ਨੇ ਮਾਡਰਨ ਟਾਈਮ ਦੇ ਵਿੱਚ ਉਸ ਗੱਲ 'ਤੇ ਮੋਹਰ ਲਾਈ ਕਿ ਜੇ ਤੁਸੀਂ ਪਲਾਂਟ ਬੇਸਡ ਹੋਲ ਫੂਡ ਖਾ ਲਓ, ਪਲਾਂਟ ਬੇਸ ਦਾ ਮਤਲਬ ਪੌਦੇ ਖਾਣੇ ਆ, ਹੋਲ ਫੂਡ ਦਾ ਮਤਲਬ ਜਿੱਦਾਂ ਨੇਚਰ 'ਚੋਂ ਆਉਂਦਾ, ਉਹਨੂੰ ਮੋਡੀਫਾਈ ਨਾ ਕਰੋ ਬਹੁਤਾ। ਪਲਾਂਟ ਬੇਸਡ ਹੋਲ ਫੂਡ ਕਰ ਲਓ ਤਾਂ ਬੰਦਾ ਬਿਮਾਰ ਨਹੀਂ ਹੁੰਦਾ, ਅਤੇ ਜੇ ਬਿਮਾਰ ਹੋਵੇ ਤਾਂ ਠੀਕ ਹੋ ਜਾਂਦਾ। ਚਾਈਨਾ ਸਟੱਡੀ ਦੀ ਪੂਰੀ 25 ਸਾਲ ਚੱਲੀ, 20 ਸਾਲ, ਔਰ ਅੱਡੇ 500 ਪੇਜ ਦੀ ਉਹ ਬੁੱਕ ਹੈ ਜਿਹੜੀ ਚਾਈਨਾ ਸਟੱਡੀ ਦੀ ਉਹਨਾਂ ਨੇ ਰਿਲੀਜ਼ ਕੀਤੀ। ਤਾਂ ਉਹਦਾ ਨੱਟ ਸ਼ੈਲ 2 ਲਾਈਨਾਂ 'ਚ ਇਹ ਹੈ ਕਿ ਪਲਾਂਟ ਬੇਸਡ ਹੋਲ ਫੂਡ ਖਾਓ, ਯਾਨੀ ਕਿ ਪੌਦਿਆਂ ਦੇ ਆਧਾਰਿਤ ਖਾਣਾ ਖਾਓ, ਐਨੀਮਲ ਨਾ ਖਾਓ, ਐਨੀਮਲ ਪ੍ਰੋਡਕਟ ਨਾ ਲਓ ਜਾਂ ਘੱਟ ਲਓ। ਮਤਲਬ ਇਹ ਵੀ ਉਸ ਕੰਟਰੀ ਨੇ ਸਟੱਡੀ ਕੀਤੀ ਜਿੱਥੇ ਸਭ ਤੋਂ ਜ਼ਿਆਦਾ ਐਨੀਮਲ ਫੂਡ ਖਾਇਆ ਜਾ ਰਿਹਾ,
ਉਸੇ ਕੰਟਰੀ ਨੇ ਨਹੀਂ, ਉਹ ਕੰਟਰੀ ਦੀ ਸਟੱਡੀ ਉਹ ਚਾਈਨਾ 'ਚ ਹੋਈ ਜ਼ਰੂਰ, ਲੇਕਿਨ ਚਾਈਨਾ ਦੀ ਸਟੱਡੀ ਨਹੀਂ ਸੀਗੀ। ਇਹ ਤਿੰਨ ਮੁਲਕਾਂ ਦੀ ਸਟੱਡੀ ਸੀਗੀ। ਆਕਸਫੋਰਡ ਯੂਨੀਵਰਸਿਟੀ ਦੀ ਸੀ, ਔਰ ਅਮਰੀਕਨ ਯੂਨੀਵਰਸਿਟੀ ਦੀ ਸੀ, ਔਰ ਚਾਈਨਾ ਦੀ ਤਿੰਨ ਯੂਨੀਵਰਸਿਟੀਆਂ ਦੀ ਸਟੱਡੀ ਸੀ। ਇਹ ਤਿੰਨ ਸਟੱਡੀਆਂ ਦੀ ਸਪਾਂਸਰਡ ਸਟੱਡੀ ਸੀ, ਕੋਈ ਕਿਸੇ ਸਰਕਾਰ ਨੇ ਨਹੀਂ ਸੀ ਕਰਾਈ ਹੈ। ਲੇਕਿਨ ਉੱਥੇ ਵੀ ਉਹਨਾਂ ਨੇ ਜਿਹੜਾ ਸਾਰਾ ਫੂਡ ਜਦੋਂ ਅਬਜ਼ਰਵ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੇ ਲੋਕ ਪਲਾਂਟ ਬੇਸਡ ਹੋਲ ਫੂਡ ਖਾਂਦੇ ਆ ਉਹ ਬਿਮਾਰ ਨਹੀਂ ਹੁੰਦੇ। ਜਿਹੜੇ ਐਨੀਮਲ ਫੂਡ ਬਹੁਤ ਘੱਟ ਖਾਂਦੇ ਆ ਜਾਂ ਨਹੀਂ ਖਾਂਦੇ ਉਹ ਬਿਮਾਰ ਨਹੀਂ ਹੁੰਦੇ। ਫਿਰ ਉਹਨੇ ਸੈਕੰਡ ਫੇਜ਼ 'ਚ ਉਹਨੂੰ ਬਿਮਾਰਾਂ ਨੂੰ ਖਵਾ ਕੇ ਦੇਖਿਆ ਉਹੀ ਫੂਡ, ਉਹ ਹੈਰਾਨ ਆ ਗਿਆ ਆਪ ਹੀ, ਉਹ ਵੀ ਤੰਦਰੁਸਤ ਹੋ ਗਏ। ਤਾਂ ਇਹ ਸਾਰੇ ਦਾ ਸਾਰਾ ਜੋ ਅਸੀਂ ਜੋ ਮੈਂ ਬੋਲ ਰਿਹਾ ਕਿਤੇ ਆਯੁਰਵੇਦ 'ਤੇ ਆਧਾਰਿਤ ਹੈ ਜਾਂ ਉਹ ਚਾਈਨਾ ਸਟੱਡੀ 'ਤੇ ਆਧਾਰਿਤ ਹੈ। ਇਹਦਾ ਜਿਹੜਾ ਆਧਾਰ ਹੈ ਇਹ ਦੋ ਵੱਡੀਆਂ ਜੋ ਫਲਸਫੇ ਦੇ ਜਿਹਨੂੰ ਕਹਿੰਦੇ ਆ ਭੰਡਾਰ ਨੇ, ਸਾਡਾ ਆਯੁਰਵੇਦ, ਵੈਦਿਕ ਨੌਲੇਜ ਜਿਹੜਾ ਕਿ ਕਹਿੰਦਾ, ਅਤੇ ਉਸ ਤੋਂ ਬਾਅਦ ਮਾਡਰਨ ਟਾਈਮ 'ਚ ਚਾਈਨਾ ਸਟੱਡੀ। ਅੱਗੇ ਫਿਰ ਬਾਕੀ ਲੋਕਾਂ ਨੇ ਥੋੜ੍ਹਾ ਮੋਡੀਫਿਕੇਸ਼ਨ ਕੀਤੀ। ਡਾਕਟਰ ਬਿਸਮਿਲ੍ਲਾ ਚੌਧਰੀ ਨੇ ਆਪਣੇ ਢੰਗ ਨਾਲ ਕਰ ਲਈ, ਨੈਚੁਰਲ ਡਾਈਟ ਸਿਸਟਮ ਵਾਲੇ ਨੇ ਆਪਣੇ ਢੰਗ ਨਾਲ ਕਰ ਲਈ, ਡਾਕਟਰ ਖਾਦਰਵਾਲੀ ਨੇ ਥੋੜ੍ਹੇ ਹੋਰ ਮਿਲਟਸ ਨੂੰ ਲਿਆਂਦਾ। ਤਾਂ ਉਹਦੇ 'ਚ ਬਹੁਤ ਹੀ ਅਮੀਰ ਹੁਣ ਅਸੀਂ ਬਹੁਤ ਅਮੀਰ ਹੋ ਗਏ ਇਸ ਮਾਮਲੇ 'ਚ, ਨੌਲੇਜ ਦੇ ਮਾਮਲੇ 'ਚ, ਗਿਆਨ ਦੇ ਮਾਮਲੇ 'ਚ ਅਸੀਂ ਬਹੁਤ ਅਮੀਰ ਹੋ ਗਏ। ਔਰ ਉਹਨੂੰ ਅਸੀਂ ਸਿੰਪਲ ਕਰਕੇ ਇੰਨਾ ਸੌਖਾ ਕਰ ਲਿਆ ਕਿ ਅਸੀਂ ਮਰੀਜ਼ ਨੂੰ ਸਮਝਾਉਂਦੇ ਹਾਂ ਤਾਂ ਮਰੀਜ਼ ਸਮਝ ਜਾਂਦਾ, ਸਾਨੂੰ ਔਖਾ ਨਹੀਂ ਲੱਗਦਾ, ਔਰ ਉਹਨੂੰ ਮੰਨ ਵੀ ਲੈਂਦਾ। ਜਿਹਨੇ ਮੰਨ ਲਿਆ ਉਹ ਜੇ ਬਿਮਾਰ ਨਹੀਂ ਤਾਂ ਨਹੀਂ ਹੋਏਗਾ, ਜੇ ਬਿਮਾਰ ਹੈ ਤਾਂ ਠੀਕ ਹੋ ਜਾਂਦਾ। ਜਦ ਤੁਸੀਂ ਸਵਾਲ ਕੀਤਾ ਸੀ ਸਾਰੇ ਠੀਕ ਹੋ ਰਹੇ ਆ, ਉਹ ਇਸ ਕਰਕੇ ਠੀਕ ਹੋ ਰਹੇ ਆ ਕਿ ਉਹ ਸਿਸਟਮ ਜਿਹੜਾ ਨੌਲੇਜ ਬੇਸਡ ਸਾਡੇ ਹਜ਼ਾਰਾਂ ਸਾਲ ਤੋਂ ਚੱਲਿਆ ਆ ਰਿਹਾ ਸੀਗਾ, ਉਹ ਚਾਈਨਾ ਸਟੱਡੀ ਨੇ ਕੀਤਾ। ਚਾਈਨਾ ਸਟੱਡੀ ਤੋਂ ਅਲੱਗ ਲੋਕਾਂ ਨੇ ਫਿਰ ਟਰਾਈ ਕੀਤੀ, ਕਰਦੇ ਉਹ ਜਿਹਨੂੰ ਕਹਿੰਦੇ ਆ ਉਹਦਾ ਰਿਫਾਈਨਿੰਗ ਹੁੰਦੇ ਉਹਦਾ ਬਣ ਗਿਆ ਐਸਾ ਸੁੰਦਰ ਰੂਪ ਬਣ ਗਿਆ ਉਹ ਕਿ ਇੰਨਾ ਸਿੰਪਲ ਹੋ ਗਿਆ ਕਿ ਅਸੀਂ ਸਿੰਪਲ ਜੀ ਗੱਲ ਮਰੀਜ਼ਾਂ ਨੂੰ ਸਮਝਾਉਂਦੇ ਹਾਂ, ਮਰੀਜ਼ ਉਹਨੂੰ ਮੰਨ ਲੈਂਦਾ ਅਤੇ ਰਾਜੀ ਹੋ ਜਾਂਦਾ। ਇਸ ਕਰਕੇ ਉਹਦੇ 'ਚ ਇਕੱਲੀ ਸ਼ੂਗਰ ਹੀ ਨਹੀਂ, ਸ਼ੂਗਰ ਤਾਂ ਇਸ ਕਰਕੇ ਆਪਾਂ ਨਾਂ ਲੈ ਰਹੇ ਹਾਂ ਕਿ ਸ਼ੂਗਰ ਇੱਕ ਬਹੁਤ ਵੱਡੀ ਪੱਧਰ 'ਤੇ ਮਹਾਂਮਾਰੀ ਬਣ ਚੁੱਕੀ ਹੈ। ਅਦਰਵਾਈਜ਼ ਸ਼ੂਗਰ ਦੇ ਨਾਲ ਜੁੜੀਆਂ ਹੋਈਆਂ ਜਾਂ ਨਾ ਵੀ ਜੁੜੀਆਂ ਹੋਈਆਂ ਹੋਰ ਬਿਮਾਰੀਆਂ ਜਿਹੜੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਰਹੀਆਂ ਨੇ, ਚਾਹੇ ਉਹ BP ਹੈ, ਚਾਹੇ ਉਹ ਮੋਟਾਪਾ ਹੈ, ਚਾਹੇ ਉਹ ਕੋਲੈਸਟਰੋਲ ਹੈ, ਚਾਹੇ ਹਾਰਟ ਦੀ ਬਿਮਾਰੀ ਹੈ, ਚਾਹੇ ਉਹ ਆਟੋਇਮਿਊਨ ਡਿਸਆਰਡਰ ਨੇ, ਐਲਰਜੀਆਂ ਨੇ, ਜੋੜਾਂ ਦੀਆਂ ਬਿਮਾਰੀਆਂ ਨੇ, ਉਹ ਨੇ, ਜਾਂ ਕੈਂਸਰ ਹੈ, ਈਵਨ ਕੈਂਸਰ ਹੈ, ਆਰਥਰਾਈਟਿਸ, ਉਹ ਸਾਰੇ ਦਾ ਸਾਰਾ ਕਿਤੇ ਨਾ ਸਾਰੀਆਂ ਬਿਮਾਰੀਆਂ ਬਹੁਤ ਵਧੀਆ ਠੀਕ ਹੋ ਰਹੀਆਂ ਨੇ। ਲੇਕਿਨ ਸ਼ੂਗਰ ਤਾਂ ਜਿਹੜੀ ਹੁਣ ਸਾਡੇ ਵਾਸਤੇ ਮਤਲਬ ਬਹੁਤ ਹੀ ਮਾਮੂਲੀ ਜਿਹੀ ਬਿਮਾਰੀ ਰਹਿ ਗਈ ਹੈ। ਇੰਸੂਲਿਨ ਵਾਲੇ ਮਰੀਜ਼ ਜ਼ਰੂਰ ਅੜਦੇ ਆ ਥੋੜ੍ਹੇ ਜਿਹੇ, ਔਰ ਖਾਸ ਕਰਕੇ ਬੱਚੇ। ਉਹ ਅੜਨ ਦਾ ਰੀਜ਼ਨ ਅਸੀਂ ਸਮਝਾਉਂਦੇ ਹਾਂ ਤਾਂ ਉਹ ਪੇਰੈਂਟਸ ਵੀ ਬਹੁਤ ਕੋਆਪਰੇਟ ਕਰਦੇ ਆ। ਤਾਂ ਉਹਦਾ ਅੜਨ ਦਾ ਰੀਜ਼ਨ ਇਹ ਹੈ ਕਿ ਜਦੋਂ ਬੱਚੇ ਨੂੰ ਅਸੀਂ ਇੰਸੂਲਿਨ ਬਾਹਰੋਂ ਦੇਣ ਲੱਗ ਜਾਂਦੇ ਹਾਂ ਤਾਂ ਉਹਦਾ ਪੈਂਕਰੀਅਸ ਬਹੁਤ ਛੋਟਾ ਰਹਿ ਜਾਂਦਾ, ਕਿਉਂਕਿ ਬਾਹਰੋਂ ਇੰਸੂਲਿਨ ਦੇਣੀ ਜਿਹੜੀ ਹੈ ਜਿੱਥੇ ਬੱਚੇ ਨੂੰ ਬਚਾਉਣ ਵਾਸਤੇ ਵਧੀਆ ਹੈ, ਉੱਥੇ ਉਹਦਾ ਇੱਕ ਨੈਗੇਟਿਵ ਪੱਖ ਵੀ ਹੈ ਕਿ ਜਦੋਂ ਬਾਹਰੋਂ ਇੰਸੂਲਿਨ ਦੇਣ ਲੱਗ ਜਾਂਦੇ ਤਾਂ ਅੰਦਰਲੀ ਬਣਨੀ ਬੰਦ ਹੋ ਜਾਂਦੀ ਹੈ। ਜਿਹੜੀ ਬਣ ਵੀ ਰਹੀ ਹੁੰਦੀ ਹੈ ਪਹਿਲਾਂ, ਕੁਦਰਤ ਵੀ ਕੋਸ਼ਿਸ਼ ਕਰ ਰਹੀ ਸੀ ਨਾ ਬਚਾਉਣ ਦੀ, ਉਹ ਕੁਦਰਤ ਤੁਸੀਂ ਬਾਹਰੋਂ ਇੰਸੂਲਿਨ ਦੇ ਦਿੱਤੀ, ਕੈਮੀਕਲ ਇੰਸੂਲਿਨ ਦੇ ਦਿੱਤੀ, ਤਾਂ ਹੁਣ ਅੰਦਰ ਵਾਲਾ ਕਹਿੰਦਾ, ਪੈਂਕਰੀਅਸ ਕਹਿੰਦਾ ਮੈਨੂੰ ਕੀ ਲੋੜ ਆ। ਜੇ ਤੁਸੀਂ ਹੋਟਲ ਦਾ ਖਾਣਾ ਕਿਸੇ ਬੰਦੇ ਨੂੰ ਘਰ ਬੈਠੇ ਦੇ ਦਿਓ ਤੇ ਉਹਦੇ ਘਰ 'ਚ ਰਸੋਈ 'ਚ ਤੁਸੀਂ ਸਾਰਾ ਕੱਚਾ ਰਾਸ਼ਨ ਰੱਖ ਦਿਓ, ਅਗਲਾ ਕੋਈ ਮੈਂ ਕਿਹਾ ਬਣਾਵਾਂ, ਪੰਜਾਬੀ 'ਚ ਆਪਾਂ ਹੱਡ ਹਰਾਮ ਵੀ ਕਹਿ ਦਿੰਦੇ ਹਾਂ। ਨੇਚਰ 'ਚ ਉਹਨੂੰ ਕਹਿੰਦੇ ਬਾਇਓ ਫੀਡਬੈਕ ਮੈਕੈਨਿਜ਼ਮ, ਅੰਗਰੇਜ਼ੀ ਜਿਹਦਾ ਨਾਮ ਹੈ ਬਾਇਓ ਫੀਡਬੈਕ, ਯਾਨੀ ਕਿ ਸਰੀਰ 'ਚ ਜਿਹੜੀ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਫਿਰ ਸਰੀਰ ਉਹਦੀ ਪ੍ਰੋਡਕਸ਼ਨ ਬੰਦ ਕਰ ਦਿੰਦਾ, ਕਿਉਂਕਿ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ। ਫਿਰ ਉਹ ਜੇ ਮੰਨ ਲਓ ਸਰੀਰ ਵੀ ਬਣਾਈ ਜਾਵੇ, ਤੁਸੀਂ ਬਾਹਰੋਂ ਵੀ ਦੇਈ ਜਾ ਰਹੇ ਹੋ, ਸਰੀਰ ਨੂੰ ਚਿੰਤਾ ਹੁੰਦੀ ਵੀ ਤਾਂ ਬਾਹਲੀ ਹੋ ਜੂਗੀ, ਫਿਰ ਡਬਲ ਹੋ ਜੂਗੀ, ਤਾਂ ਸਰੀਰ ਬੰਦ ਕਰ ਦਿੰਦਾ ਵੀ ਤੂੰ ਬੰਦ ਰਹਿਣ ਦੇ, ਜਦੋਂ ਤੱਕ ਬਾਹਰੋਂ ਆ ਰਹੀ ਹੈ ਇਹਨੂੰ ਆ ਲੈਣ ਦੇ। ਜਦੋਂ ਤਾਂ ਉਹਦੇ ਉਸ ਪ੍ਰੋਸੈਸ ਕੀ ਹੁੰਦਾ, ਜੇ ਲੰਬਾ ਸਮਾਂ ਬੱਚਾ ਉਹੀ ਬਾਹਰਲੀ ਇੰਸੂਲਿਨ ਲਈ ਜਾਵੇ ਤਾਂ ਪੈਂਕਰੀਅਸ ਬਹੁਤ ਛੋਟਾ ਰਹਿ ਜਾਂਦਾ। ਪੈਂਕਰੀਅਸ ਛੋਟਾ ਰਹਿ ਜਾਂਦਾ, ਅਤੇ ਫਿਰ ਹੁਣ ਅਸੀਂ ਜਦੋਂ ਇੰਸੂਲਿਨ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪੈਂਕਰੀਅਸ ਕੋਆਪਰੇਟ ਨਹੀਂ ਕਰਦਾ, ਕਿਉਂਕਿ ਪੈਂਕਰੀਅਸ ਸਾਈਜ਼ ਨਹੀਂ ਹੈ। ਫਿਰ ਹੌਲੀ ਹੌਲੀ ਪੈਂਕਰੀਅਸ ਰੀਜਨਰੇਟ ਕਰਨਾ ਸ਼ੁਰੂ ਕਰ ਦਿੰਦਾ। ਅਸੀਂ ਫਿਰ ਇੰਸੂਲਿਨ ਨੂੰ ਥੋੜ੍ਹਾ ਜਿਹਾ ਲੋ ਡੋਜ਼ ਰੱਖਦੇ ਹਾਂ, ਕੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਤਰੀਕਾ ਅਸੀਂ ਕੱਢ ਲਿਆ ਕਿ ਸ਼ੂਗਰ ਦੀ ਦਵਾਈ ਜਿਹੜੀ ਲੈਵਲ ਹੈ ਉਹ 250 ਤੋਂ ਥੱਲੇ ਨੁਕਸਾਨ ਨਹੀਂ ਕਰਦਾ। ਅਸੀਂ ਕਹਿੰਦੇ ਜਿਹੜੇ ਪਹਿਲਾਂ ਡਾਕਟਰ ਕਹਿੰਦੇ ਸੀ 100 ਰੱਖੋ, ਅਸੀਂ ਕਹਿੰਦੇ ਨਹੀਂ 100 ਰੱਖਣ ਦੀ ਲੋੜ ਨਹੀਂ ਹੈ, ਕਿ ਉਹ 250 ਥੱਲੇ ਨੁਕਸਾਨ ਹੀ ਨਹੀਂ ਕਰਦਾ। ਤੁਸੀਂ 100 ਕਿਉਂ ਰੱਖਦੇ ਹੋ? 100 ਰੱਖੋਗੇ ਫਿਰ ਅੰਦਰ ਤਾਂ ਬਣੇਗੀ ਨਹੀਂ ਕਦੀ ਵੀ, ਉਹ ਅੰਦਰਲਾ ਤਾਂ ਫਿਰ ਤਾਂ ਤੁਸੀਂ ਪੱਕੇ 100 ਲਾਈਫ ਲੌਂਗ ਦਵਾਈਆਂ 'ਤੇ ਹੋ ਗਏ। ਅਸੀਂ ਕਹਿੰਦੇ 250 ਰੱਖੋ, ਉਹ 250 ਉੱਪਰ ਨੁਕਸਾਨ ਕਰਦੀ ਹੈ ਸ਼ੂਗਰ। ਜਦੋਂ 250 ਦਾ ਰੱਖਦੇ ਹਾਂ ਅੰਦਰਲੀ ਇੰਸੂਲਿਨ ਬਣਨ ਲੱਗ ਜਾਂਦੀ ਹੈ, ਪੈਂਕਰੀਅਸ ਰੀਜਨਰੇਟ ਕਰਨਾ ਸ਼ੁਰੂ ਕਰ ਦਿੰਦਾ। ਅਤੇ ਉਹ ਇੰਸੂਲਿਨ ਵਾਲੇ ਵੀ ਜਿਹੜੇ ਨੇ 70% ਪੇਸ਼ੈਂਟ ਜਿਹੜੇ ਕਿਉਰ ਹੋ ਜਾਂਦੇ ਆ, ਜਿਹੜੇ 30% ਬਚ ਜਾਂਦੇ ਆ, ਉਹਨਾਂ ਦੀ ਡੋਜ਼ ਬਹੁਤ ਘੱਟ ਜਾਂਦੀ ਹੈ, ਸਿਹਤ ਬਹੁਤ ਅੱਛੀ ਹੋ ਜਾਂਦੀ ਹੈ, ਔਰ ਹੌਲੀ ਹੌਲੀ ਫਿਰ ਪ੍ਰੋਗਰੈਸ ਕਰੀ ਜਾਂਦੀ ਹੈ। ਹੁਣ ਅੱਗੇ ਲੰਬਾ ਐਕਸਪੀਰੀਅੰਸ ਇਹ ਹੈ ਨਹੀਂਗਾ ਕਿ ਲੰਬੇ ਸਮੇਂ 'ਚ ਉਹਨਾਂ ਜਿਹੜੇ ਅੜੇ ਹੋਏ ਆ
ਇਨਸੂਲਿਨ ਵਾਲੇ ਪੇਸ਼ੈਂਟ ਨੇ ਜਿਹੜੇ, ਉਹਨਾਂ 'ਚ ਬੱਚੇ ਨੇ ਬਹੁਤੇ, ਵੱਡੇ ਨਹੀਂ ਹਟਦੇ, ਕਿਉਂ ਵੱਡਿਆਂ ਦੀ ਤਾਂ ਬਾਅਦ ਸ਼ੁਰੂ ਹੋਈ ਹੁੰਦੀ ਨਾ। ਜਿਹਨਾਂ ਕੋਈ ਦੋ ਤਰ੍ਹਾਂ ਦੇ ਇਨਸੂਲਿਨ ਵਾਲੇ ਪੇਸ਼ੈਂਟ ਹੁੰਦੇ ਆ, ਇੱਕ ਤਾਂ ਉਹਦੇ ਬੱਚੇ ਛੋਟੀ ਉਮਰ 'ਚ ਜਿਹਨਾਂ ਨੂੰ ਇਨਸੂਲਿਨ ਲੱਗਣੀ ਸ਼ੁਰੂ ਹੋ ਗਈ, ਇੱਕ ਹੁੰਦੇ ਵੱਡੇ ਜਿਹਨਾਂ ਦੀਆਂ ਗੋਲੀਆਂ ਖਾ ਕੇ ਇੱਕ ਸਟੇਜ ਪਹੁੰਚ ਜਾਂਦੀ ਹੈ ਜਿੱਥੇ ਗੋਲੀਆਂ ਅਸਰ ਕਰਨਾ ਬੰਦ ਕਰ ਦਿੰਦੀਆਂ ਨੇ, ਉਦੋਂ ਇਨਸੂਲਿਨ ਸ਼ੁਰੂ ਹੁੰਦੀ ਹੈ, ਉਹ ਠੀਕ ਹੋ ਜਾਂਦੇ ਆ, ਉਹਨਾਂ 'ਚ ਕੋਈ ਦਿੱਕਤ ਨਹੀਂ ਆਉਂਦੀ, ਉਹਨਾਂ ਦਾ ਪੈਂਕ੍ਰੀਆਸ ਠੀਕ ਹੁੰਦਾ, ਸਿਰਫ ਉਹ ਦਵਾਈਆਂ ਦੇ ਚੱਕਰ 'ਚ ਉਲਝੇ ਹੁੰਦੇ ਆ। ਕੋਈ ਦਵਾਈਆਂ ਬਹੁਤ ਜ਼ਿਆਦਾ ਪਾਈਆਂ ਹੁੰਦੀਆਂ ਨੇ, ਬਹੁਤ ਜ਼ਿਆਦਾ ਪਾਈਆਂ ਪਾਉਣ ਨਾਲ ਸਾਰਾ ਸਿਸਟਮ ਗੜਬੜਾ ਜਾਂਦਾ। ਜਦੋਂ ਅਸੀਂ ਉਸ ਚੱਕਰ 'ਚੋਂ ਕੱਢਦੇ ਹਾਂ ਤਾਂ ਉਹ ਨਾਲ ਪੈਂਕ੍ਰੀਆਸ ਕੋਆਪਰੇਟ ਕਰਨਾ ਸ਼ੁਰੂ ਕਰ ਦਿੰਦਾ। ਡਾਕਟਰ ਸਾਹਿਬ ਇੱਥੇ ਮਾਫ ਕਰਨਾ ਤੁਹਾਨੂੰ ਰੋਕ ਰਿਹਾ, ਸ਼ੂਗਰ ਦੀ ਬਿਮਾਰੀ ਆਉਣ ਵਾਲੇ ਸਮੇਂ ਦੇ ਵਿੱਚ 20 ਸਾਲਾਂ ਦੇ ਵਿੱਚ ਭਾਰਤ ਜਿਹੜਾ ਉਹਦੀ ਰਾਜਧਾਨੀ ਬਣਨ ਜਾ ਰਿਹਾ, ਕੋਈ ਤਾਂ ਬੇਸ ਹੋਣਾ ਨਾ ਜਿਹਦੇ ਆਧਾਰ ਦੇ ਉੱਤੇ ਉਹਨਾਂ ਨੇ ਦਾਅਵਾ ਕੀਤਾ। ਆਪਾਂ ਇੱਕ ਅਕਸਰ ਜੇ ਕਿਸੇ ਬਾਰੇ ਕਹਿਣਾ ਹੋਵੇ ਨਾ, ਇਹ ਨਹੀਂ ਸੁਧਰ ਸਕਦਾ, ਇਹ ਤਾਂ ਐਂ ਕਰਦਾ, ਇਹਦੇ ਸੁਧਾਰ ਦੇ ਤਾਂ ਕੋਈ ਚਾਂਸ ਹੀ ਨਹੀਂ ਹੈ ਕਿ ਆਉਣ ਵਾਲੇ ਸਮੇਂ 'ਚ ਬਰਬਾਦ ਹੋ ਜਾਏਗਾ, ਆਪਾਂ ਇਹ ਕਹਿ ਦਿੰਦੇ ਹਾਂ ਨਾ। ਉਹਦੇ ਪਿੱਛੇ ਕੋਈ ਤਾਂ ਕਾਰਨ ਹੁੰਦਾ ਨਾ ਵੀ ਇਹ ਐਂ ਕਰ ਰਿਹਾ ਤਾਂ ਕਰਕੇ ਇਹ ਹੋ ਰਿਹਾ, ਕੁਛ ਨਾ ਕੁਛ ਤਾਂ ਉਹਨਾਂ ਨੇ ਵੀ ਦੇਖ ਕੇ ਇਹ ਚੀਜ਼ ਦਾ ਦਾਅਵਾ ਕੀਤਾ ਹੋਣਾ, ਤੇ ਕਿਉਂ ਨਾ ਆਪਾਂ ਉਸ 'ਤੇ ਵੀ ਕੰਮ ਕਰੀਏ ਕਿ ਜਿਹੜਾ ਉਹਨਾਂ ਦਾ ਦਾਅਵਾ ਜਿਸ ਚੀਜ਼ ਦੇ ਉੱਤੇ ਕਰ ਰਹੇ ਨੇ ਵੀ ਉਹ ਵੀ ਹਟੇ। ਤੇ ਉਹੀ ਗੱਲ ਨਾ, ਉਹ ਜਿਹੜੀ ਫੂਡ ਇੰਡਸਟਰੀ ਹੈ ਤੇ ਜਿਹੜੀ ਐਗਰੋ ਇੰਡਸਟਰੀ ਹੈ ਜੋ ਕਰ ਰਹੀ ਹੈ, ਉਹ ਜਿਹੜਾ ਉਹਦਾ ਰੂਟ ਕਾਜ਼ ਬਣ ਰਿਹਾ, ਜਿਹੜਾ ਲਾਈਫ ਸਟਾਈਲ ਹੈ, ਲਾਈਫ ਸਟਾਈਲ ਸਾਡਾ ਕਿ ਫਾਸਟ ਫੂਡ ਖਾਣਾ ਹੈ, ਬਰਗਰ ਨੇ, ਪੀਜ਼ੇ ਨੇ, ਕੋਲਡ ਡਰਿੰਕਾਂ ਵਾਲਾ ਕਲਚਰ ਹੈ, ਬੋਤਲਾਂ ਦੇ ਪੀਣ ਵਾਲਾ ਕਲਚਰ, ਜਿਹੜਾ ਜੂਸਸ ਪੀਣ ਵਾਲਾ ਕਲਚਰ ਹੈ, ਆਈਸਕ੍ਰੀਮਾਂ ਤੇ ਕੇਕਾਂ ਵਾਲਾ ਕਲਚਰ ਹੈ, ਇਹ ਵਧ ਰਿਹਾ ਲਗਾਤਾਰ। ਮਤਲਬ ਇਹੀ ਤਾਂ ਬੰਦ ਕਰਨ ਦੀ ਲੋੜ ਹੈ ਨਾ। ਬਿਲਕੁਲ ਅਸੀਂ ਜਦੋਂ ਅਸੀਂ ਪਲਾਂਟ ਬੇਸਡ ਹੋਲ ਫੂਡ ਕਹਿੰਦੇ ਆ ਤਾਂ ਸਾਰਾ ਕੁਝ ਬੰਦ ਕਰ ਦਿੰਦੇ ਆ। ਇਹੀ ਥੋੜੇ ਰਿਫਾਈਨਡ ਖਵਾਈ ਜਾ ਰਹੇ ਆ, ਚੀਨੀ ਦਾਣੇਦਾਰ ਖਵਾਈ ਜਾ ਰਹੇ ਆ, ਸਾਰੇ ਕਿਤੇ ਨਾ ਕਿਤੇ ਜਿਹੜੇ ਨੇ ਜਿਹੜੇ ਜ਼ਿੰਮੇਵਾਰ ਨੇ, ਜਿਹੜੇ ਸੋ ਕਾਲਡ ਇੰਡਸਟਰੀਅਲ ਫੂਡਸ ਨੇ ਪਲੱਸ ਫਾਸਟ ਫੂਡਸ ਨੇ, ਇਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ। ਤੇ ਉਹਦੇ ਬੇਸ 'ਤੇ ਕਿਉਂਕਿ ਸ਼ੂਗਰ ਵਧੀ ਜਾ ਰਹੀ ਡੇ ਬਾਏ ਹਰ ਸਾਲ, ਉਸ ਬੇਸ 'ਤੇ ਉਹ ਭੁੱਖਮਣੀ ਕਰ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਇਹ ਰਾਜਧਾਨੀ ਬਣਨ ਜਾ ਰਿਹਾ। ਰਾਜਧਾਨੀ ਦਾ ਮਤਲਬ ਕਿ ਬਾਕੀ ਸਭ ਮੁਲਕਾਂ ਨਾਲੋਂ ਐਡਵਾਂਸ ਜਿਹੜੀ ਹੈ ਇਹ ਹੋਣ ਜਾ ਰਹੀ ਹੈ, ਕਿਤੇ ਨਾ ਕਿਤੇ ਇਹਦੇ 'ਚ ਜ਼ਿਆਦਾ ਹੋਣ ਜਾ ਰਹੀ। ਸ਼ੂਗਰ ਕਿਉਂ ਪਾਪੂਲੇਸ਼ਨ ਹੈ, ਪਾਪੂਲੇਸ਼ਨ ਦੇ ਹਿਸਾਬ ਨਾਲ ਲੀਡਿੰਗ ਨੰਬਰ 1 ਕੰਟਰੀ। ਅੱਜ ਵੀ ਬਹੁਤ ਜ਼ਿਆਦਾ ਜਿਹੜੀ ਲੋਕਾਂ ਦੀ ਕਮਾਈ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਸ਼ੂਗਰ ਦੀਆਂ, BP ਦੀਆਂ, ਹਾਰਟ ਦੀਆਂ, ਕੋਲੈਸਟਰੋਲ ਦੀਆਂ ਦਵਾਈਆਂ ਦੇ ਵਿੱਚ ਲੋਕਾਂ ਦੀ ਜਿਹੜੀ ਜੇਬ ਕੱਟੀ ਜਾ ਰਹੀ ਹੈ। ਤੇ ਜਿਹਦੀ ਕੋਈ ਲੋੜ ਨਹੀਂ ਹੈ, ਉਹ ਮੋਮੈਂਟ ਤੁਸੀਂ ਆਪਣਾ ਖਾਣਾ ਪੀਣਾ ਠੀਕ ਕਰੋ, ਫੂਡ ਠੀਕ ਕਰੋ, ਹੈਬਿਟਸ ਠੀਕ ਕਰੋ, ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿਓ, ਯੋਗਾ ਕਰਨਾ ਸ਼ੁਰੂ ਕਰ ਦਿਓ, ਨਾਲ ਜਿਹੜਾ ਦਵਾਈਆਂ ਬੰਦ ਹੋ ਜਾਂਦੀਆਂ ਨੇ। 20-25 ਦਵਾਈਆਂ ਖਾ ਰਹੇ ਹੁੰਦੇ ਆ। ਕੱਲ੍ਹ ਮੈਂ ਤੁਹਾਨੂੰ ਮਰੀਜ਼ ਨੂੰ 2 ਹਸਬੈਂਡ ਵਾਈਫ ਆਏ, ਐਡੇ ਉਹ ਖੁਸ਼ ਸੀਗੇ, ਬਾਰ-ਬਾਰ ਮੈਂ ਕਿਹਾ ਜੀ ਕੈਮਰੇ ਤੇ ਬੋਲੋਗੇ? ਕਹਿੰਦੇ ਜੀ ਨਹੀਂ, ਕੈਮਰੇ ਤੇ ਨਹੀਂ ਬੋਲਦੇ ਸੀ। ਮਨਾ ਕਰਕੇ ਨਹੀਂ, ਮੈਂ ਤੁਹਾਨੂੰ ਬੁਲਾਉਣਾ ਸੀ। ਗੱਲ ਕਪਲ ਸੀਗਾ, ਮਲਟੀਪਲ ਬਿਮਾਰੀਆਂ ਸੀ ਉਹਨੂੰ, ਅੱਛਾ, ਦੋਨਾਂ ਨੂੰ, ਔਰ ਸਾਰੀਆਂ ਬਿਮਾਰੀਆਂ ਉਹਦੀਆਂ ਮਤਲਬ ਮਹੀਨੇ 1.5 ਮਹੀਨੇ 'ਚ ਹੀ ਉੜ ਗਈਆਂ ਸਾਰੀਆਂ, ਕੱਲੀ। ਔਰ ਇੰਨੀ ਜ਼ਿਆਦਾ ਉਹ ਬੰਦਾ ਮਤਲਬ ਖੁਸ਼ ਸੀਗਾ, ਦੋਨੋਂ ਮੀਆਂ ਬੀਵੀ। ਤੇ ਮੇਰੀ ਸਿਆਸੀ ਵੀ ਉਹਨੂੰ ਬੁਲਾਈਏ, ਪਰ ਉਹ ਮੰਨੇ ਨਹੀਂ ਔਨ ਕੈਮਰਾ ਆਉਣ ਲਈ। ਉਹ ਡਾਕਟਰ ਸਾਹਿਬ ਜਾਂਦੇ ਕੁਛ ਅਜਿਹਾ ਕਹਿਣਾ ਚਾਹੋਗੇ, ਜਿਸ ਤਰ੍ਹਾਂ ਤੁਸੀਂ ਆਹ ਦੱਸਿਆ ਵੀ ਆਹ ਡੱਬਾ ਬੰਦ ਚੀਨੀ, ਜਿਹੜਾ ਕਣਕ, ਚੌਲ, ਰਿਫਾਈਨਡ ਅਤੇ ਨਮਕ ਵੀ ਕਿਤੇ ਨਾ ਕਿਤੇ ਚਿੱਟਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਖਰਾਬ ਕਰ ਰਹੀਆਂ। ਜਾਂਦੇ ਇਸ ਤੋਂ ਇਲਾਵਾ ਕੁਝ ਕਹਿਣਾ ਚਾਹੋਗੇ ਤਾਂ ਕਿ ਜਿਹੜੇ ਲੋਕ ਇਹ ਦਾਅਵਾ ਕਰਦੇ ਨੇ ਕਿ 20 ਸਾਲਾਂ 'ਚ ਸ਼ੂਗਰ ਦੀ ਰਾਜਧਾਨੀ ਬਣਨ ਜਾ ਰਿਹਾ, ਆਪਾਂ ਘਰੇ ਬੈਠੇ ਵੀ ਉਸ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਾਰੇ ਤਾਂ ਤੁਹਾਡੇ ਕੋਲ ਆ ਨਹੀਂ ਪਾਉਣਗੇ। ਇੱਕ ਗੱਲ ਮੈਂ ਸੋਚਦਾ ਸੀ ਵੀ ਆਪਾਂ ਸ਼ੇਅਰ ਜ਼ਰੂਰ ਕਰੀਏ ਕਿ ਜਿਹੜਾ ਫੂਡ ਕਲਚਰ ਹੋਰ ਚੀਜ਼ ਹੈ ਤੇ ਫੂਡ ਸਾਇੰਸ ਹੋਰ ਚੀਜ਼ ਹੈ। ਆਪਾਂ ਫੂਡ ਸਾਇੰਸ ਨੂੰ ਫੋਲੋ ਕਰੀਏ, ਜਿਹੜੇ ਫੂਡ ਕਲਚਰ ਦਾ ਜੀਭ ਦਾ ਸਵਾਦ, ਕਿ ਮੇਰੀ ਜੀਭ ਉਹੀ ਮੰਗਦੀ ਹੈ ਜੋ ਮੈਂ ਬਚਪਨ ਤੋਂ ਖਾਧਾ ਹੋਇਆ। ਪਰ ਉਹ ਤਾਂ ਇੰਨਾ ਕਿ ਸਵਾਦ ਦੱਸਣਾ, ਹਾਂ, ਉਹਦਾ ਤਰੀਕਾ ਬੜਾ ਸਿੰਪਲ ਹੈ। 21 ਦਿਨ ਜੇ ਤੁਸੀਂ ਜੀਭ ਦੀ ਗੱਲ ਸੁਣਨੀ ਬੰਦ ਕਰ ਦਿਓ, ਤੁਸੀਂ ਡਿਸਾਈਡ ਕਰ ਦਿਓ ਮੈਂ 21 ਦਿਨ ਤੇਰੀ ਗੱਲ ਨਹੀਂ ਸੁਣਦਾ, ਜੋ ਮਰਜ਼ੀ ਕਹੀ ਜਾ, ਮੈਂ ਤਾਂ ਜਾ ਫੈਸਲਾ ਕਰ ਲਿਆ, ਐਂ ਖਾਣਾ ਮੈਂ ਸਿਰਫ 21 ਦਿਨ, ਸਿਰਫ 21 ਦਿਨ, 3 ਹਫ਼ਤੇ। ਕੋਈ ਗੰਦੀ ਤੋਂ ਗੰਦੀ ਆਦਤ ਹੋਵੇ, ਇਕੱਲੀ ਫੂਡ ਨਹੀਂ, ਗੰਦੀ ਤੋਂ ਗੰਦੀ ਆਦਤ ਹੋਵੇ, ਤੁਸੀਂ 30 ਦਿਨ ਆਪਣੇ ਦਿਮਾਗ ਨੂੰ ਸਟਰੋਂਗਲੀ ਕਹਿ ਦਿਓ ਵੀ ਮੈਂ 21 ਦਿਨ ਤੇਰੀ ਗੱਲ ਨਹੀਂ ਫੋਲੋ ਕਰਦਾ। ਨਸ਼ੇ ਵੀ 22ਵੇਂ ਦਿਨ ਤੁਹਾਡੇ ਸਵਿਚ ਆਫ ਹੋ ਜਾਣਗੇ। ਅੱਛਾ, ਬੜੀ ਕਮਾਲ ਦੀ ਕੁਦਰਤ ਦੇ ਅੰਦਰ ਨੇ ਇੱਕ ਮੈਕੈਨਿਜ਼ਮ ਦਿੱਤਾ ਕਿ ਤੁਹਾਡਾ ਜਿਹੜਾ ਤੁਹਾਨੂੰ ਦੇਖ ਕੇ ਮਤਲਬ ਤੁਹਾਡੇ ਜਿਸ ਬੰਦੇ ਨੂੰ ਮਿੱਠਾ ਪਸੰਦ ਹੈ, ਲੱਡੂ ਪਸੰਦ ਨੇ, ਜਾਂ ਉਹਦੇ ਸਾਹਮਣੇ ਮਿਠਾਈ ਰੱਖ ਦਿਓ, ਉਹ ਰਹਿ ਨਹੀਂ ਸਕੇਗਾ, ਧੱਕੇ ਨਾਲ ਖਾ ਜਾਏਗਾ। ਲੇਕਿਨ 22ਵੇਂ ਦਿਨ ਨਹੀਂ ਖਾਏਗਾ। 21 ਦਿਨ ਅਗੇ ਉਹਨੇ ਹੋਰ ਪਰਹੇਜ਼ ਰੱਖ ਗਿਆ ਤਾਂ 22ਵੇਂ ਦਿਨ ਉਹਦਾ ਸਵਿਚ ਇੰਨਾ ਕੰਪੈਲ ਨਹੀਂ ਕਰੇਗਾ ਉਹਨੂੰ ਵੀ ਚੱਕ ਕੇ ਧੱਕੇ ਨਾ ਖਾ ਜਾਵੇ। ਉਹ ਨਾਲ ਦੀ ਨਾਲ ਉਹਨੂੰ 21 ਦਿਨ ਵਾਲਾ ਜਿਹੜਾ ਸਵਿਚ ਹੈ ਉਹ ਪਾਰੂ ਹੋ ਜਾਏਗਾ ਉੱਥੇ। ਸੋ ਜਿਹੜੇ ਗਲਤ ਰੌਂਗ ਸਵਿਚਸ ਨੇ ਉਹ ਸਾਰੇ ਦੇ ਸਾਰੇ ਆਫ ਹੋ ਜਾਂਦੇ ਆ 22ਵੇਂ ਦਿਨ। ਸੋ ਬੇਨਤੀ ਹੈ ਕਿ 21 ਦਿਨ
ਫੂਡ ਕਲਚਰ ਦੇ ਹਿਸਾਬ ਨਾਲ ਨਾ ਚੱਲੋ, ਫੂਡ ਵਿਗਿਆਨ ਦੇ ਹਿਸਾਬ ਨਾਲ ਚੱਲੋ। ਫੂਡ ਵਿਗਿਆਨ ਜੋ ਕਹਿੰਦਾ ਉਹ ਕਹੋ, ਫੂਡ ਕਲਚਰ ਜੋ ਮਰਜ਼ੀ ਕਹੀ ਜਾਵੇ। ਤੁਸੀਂ ਕਲਚਰ ਵਿਗਾੜ ਲਿਆ ਆਪਣਾ, ਕੋਕਾ ਕੋਲਾ ਪੀਣਾ ਹੈ, ਮੈਂ ਪੈਪਸੀ ਪੀਣੀ ਹੈ, ਜਾਂ ਜਿਹੜੇ ਰੀਅਲ ਫਰੂਟ ਜੂਸਿਸ ਪੀਣੇ ਹੈ, ਜਾਂ ਕੀ ਹੈ ਜਿਹੜੀਆਂ ਨਵੀਆਂ ਆ ਗਈਆਂ ਕਾਗਜ਼ ਦੀਆਂ ਡੱਬੀਆਂ ਵੀ ਆਉਂਦੀਆਂ ਨੇ, ਅਤੇ ਉਹ ਸਾਰੀਆਂ ਉਹ ਪੀਣੀਆਂ ਨੇ, ਜਾਂ ਫਾਸਟ ਫੂਡ ਖਾਣੇ ਆ, ਉਹ ਨਾ ਕਰੋ। ਤਾਂ ਤੁਸੀਂ 22ਵੇਂ ਦਿਨ ਤੁਹਾਡਾ ਮੰਗਣਾ ਸੀ ਬੰਦ ਕਰ ਦਿੰਦਾ। ਇਸ ਕਰਕੇ ਬੇਨਤੀ ਕਿ ਇੱਕੀ ਦਿਨ ਦੀ ਆਪਣਾ ਡਿਸਿਪਲਿਨ ਰੱਖ ਕੇ ਤੇ ਠੀਕ ਰਸਤੇ ਪੈ ਜਾਈਏ ਆਪਾਂ, ਕਿਉਂਕਿ ਬਿਮਾਰ ਅਸੀਂ ਨਹੀਂ ਹਾਂ, ਬਿਮਾਰ ਸਾਡਾ ਖਾਣਾ ਸਭ ਤੋਂ ਜ਼ਿਆਦਾ। ਉਸ ਤੋਂ ਬਾਅਦ 2 ਨੰਬਰ 'ਤੇ ਸਾਡਾ ਰਹਿਣ ਸਹਿਣ ਹੈ। ਉਹਦੇ ਵਿੱਚ ਥੋੜ੍ਹੀ ਤਬਦੀਲੀ ਕਰਕੇ, ਕੋਈ ਏਡੀ ਵੱਡੀ ਤਬਦੀਲੀ ਨਹੀਂ ਹੈ। ਮੈਨੂੰ ਜਿਹੜਾ ਰਿਸਪੌਂਸ ਮਿਲ ਰਿਹਾ ਲੋਕਾਂ ਵੱਲੋਂ, ਮੈਨੂੰ ਬਿਲਕੁਲ ਖੁਦ ਆਸ ਨਹੀਂ ਸੀ ਕਲੋਂ ਜੀ ਕਿ ਇੰਨਾ ਰਿਸਪੌਂਸ ਮਿਲੇਗਾ। ਬਿਲਕੁਲ ਆਸ ਨਹੀਂ ਸੀ, ਨਾ ਕਦੀ ਸੋਚਿਆ ਸੀਗਾ ਕਿ ਵੀ ਕੁਦਰਤ ਕੋ ਲੋਕ ਜਿਹੜੇ ਇੰਨੇ ਸਿਆਣੇ ਨਿਕਲਣਗੇ। ਅਤੇ ਮੈਂ ਤਾਂ ਕਹਿੰਦਾ ਕੋਈ ਬੰਦਾ ਜਿਹੜੇ ਆ ਰਹੇ ਮੇਰੇ ਕੋਲ, ਇਹਦੇ ਵਿੱਚ ਹਾਰਡਲੀ ਕੋਈ 10% ਹੋਣਗੇ ਜਿਹੜੇ ਸ਼ਾਇਦ ਨਹੀਂ ਫੋਲੋ ਕਰਦੇ ਹੁਣ। ਬਾਕੀ 20% ਹੋਣਗੇ ਜਿਹੜੇ ਹਾਰਡਲੀ ਫੋਲੋ ਕਰਦੇ ਆ, ਅਤੇ 60-70% ਉਹ ਨੇ ਜਿਹੜੇ ਜਾ ਕੇ 100% ਲਾਗੂ ਕਰਦੇ ਆ। ਉਹ ਜਿਹੜੇ 100% ਲਾਗੂ ਕਰਦੇ ਆ, ਫਿਰ ਰਿਜ਼ਲਟ ਵੀ 100% ਨੇ। ਅਤੇ ਇਸ ਕਰਕੇ ਬੇਨਤੀ ਇਹ ਹੈ ਕਿ ਆਪਾਂ ਸਿੱਧੇ ਰਸਤੇ ਪਈਏ। ਬਿਮਾਰੀਆਂ ਦਾ ਰਾਹ ਬੜਾ ਮਾੜਾ ਰਾਹ, ਇਹਦੇ ਸਰੀਰ ਵੀ ਨਾਸ਼ ਹੁੰਦਾ, ਪਰਿਵਾਰ ਵੀ ਰੁਲਦਾ। ਜੋ ਪੈਸਾ ਅਸੀਂ ਬੱਚਿਆਂ 'ਤੇ, ਆਪਣੇ ਪਰਿਵਾਰ ਦੀ ਖੁਸ਼ੀ 'ਤੇ, ਪੜ੍ਹਾਈ 'ਤੇ, ਹੋਰ ਗੱਲਾਂ 'ਤੇ ਲਾਉਣਾ ਹੁੰਦਾ, ਉਹ ਸਾਰਾ ਦਵਾਈਆਂ 'ਤੇ ਲੱਗ ਜਾਂਦਾ। ਅਸੀਂ ਇੱਕ ਪਾਸੇ ਕਮਾਉਣੇ ਆ, ਦੂਜੇ ਪਾਸੇ ਡਾਕਟਰਾਂ ਨੂੰ ਜਾਂ ਕੰਪਨੀਆਂ ਨੂੰ ਜਾਂ ਦਵਾਈਆਂ ਵਾਲਿਆਂ ਨੂੰ ਦੇਈ ਜਾਂਦੇ ਆ। ਉਹ ਦੱਸੋ ਕਾਹਦੀ ਕਮਾਈ ਹੈ? ਦਿਨ ਰਾਤ ਅਸੀਂ ਮਾਰਾਮਾਰੀ ਕਰਦੇ ਹਾਂ, ਅਤੇ ਲੈ ਕਮੂ ਕੇ ਮੁੜ ਕੇ ਫਿਰ ਮਤਲਬ ਉਹ ਹਸਪਤਾਲ ਦਾਖਲ ਹੋ ਕੇ ਰੋੜ ਕੇ ਮਰ ਜਾਂਦੇ ਅਸੀਂ। ਅਗਲੀ ਪੀੜ੍ਹੀ ਜਮ੍ਹਾਂ ਵੀ ਕੀਤਾ ਹੁੰਦਾ, ਉਹ ਵੀ ਜਾਣ ਲੱਗੇ ਕਢਾ ਲੈਂਦੇ ਉਹ ICU 'ਚ ਪਾ ਕੇ। ਅਤੇ ਇਸ ਕਰਕੇ ਇਸ ਪੁੱਠੇ ਰਸਤੇ 'ਚੋਂ ਆਪਾਂ ਨੂੰ ਨਿਕਲਣਾ ਤਾਂ ਇੱਕੋ ਹੀ ਤਰੀਕਾ ਕਿ ਆਪਾਂ ਸਿਆਣੇ ਹੋਈਏ। ਕਿ ਇਹਦੇ ਨਾਲ ਜਿਹੜੇ ਤੁਹਾਡੀ ਇਹਨਾਂ ਗੱਲਾਂ ਦੇ ਨਾਲ ਜੇ ਸਿਆਣੇ ਬਣਦੇ ਨੇ ਤਾਂ ਡਾਕਟਰਾਂ ਕੋਲ ਆਉਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਵੀ। ਦੇਖੋ, ਸਿਵਾਏ ਟਰਾਮਾ ਤੋਂ, ਟਰਾਮਾ ਜੇ ਸਰਟੀਫਿਕੇਟ ਲੱਗ ਗਈ ਜਾਣਾ ਪਏਗਾ। ਥੋੜ੍ਹੇ ਬਹੁਤੀ ਹੋਰ ਸਿਚੁਏਸ਼ਨ ਹੋ ਸਕਦੀਆਂ ਨੇ, ਉਮਰ ਦੇ ਹਿਸਾਬ ਨਾਲ ਕਦੇ ਅੱਖਾਂ 'ਚ ਕੈਟਰੈਕਟ ਆ ਸਕਦੀ ਹੈ, ਉਹ ਉਮਰ ਦੇ 80 ਸਾਲ ਤੋਂ ਬਾਅਦ ਆਏਗੀ, ਆਪਰੇਸ਼ਨ ਕਰਾਉਣਾ ਪੈ ਸਕਦਾ। ਕੋਈ ਦੰਦ ਦੀ ਮਾੜੀ ਮੋਟੀ, ਤਾਂ ਜੇ ਆਪਾਂ ਲਾ ਕੇ ਚੱਲੀਏ 80% ਟੋਟਲ ਮਾਈਨਸ ਹੋ ਜਾਏਗਾ ਸਾਰਾ, ਵੱਧ ਤੋਂ ਵੱਧ 20%। ਹੁਣ ਨਾਲੋਂ ਜੇ ਅਸੀਂ ਹੁਣ 100 ਰੁਪਏ ਖਰਚ ਰਹੇ ਹਾਂ ਦਵਾਈਆਂ 'ਤੇ, ਤਾਂ ਸਾਡਾ ਵੱਧ ਤੋਂ ਵੱਧ 20 ਰੁਪਏ ਖਰਚਾ ਰਹਿ ਜਾਊਗਾ, 80% ਉੜ ਜਾਏਗਾ ਇੱਕਦਮ, ਔਰ ਉਹ 20% ਵੀ ਹੌਲੀ ਹੌਲੀ ਹੋਰ ਘੱਟ ਜਾਏਗਾ। ਸੋ ਇਸ ਕਰਕੇ ਜਿਹੜਾ ਇਹ ਰਸਤਾ ਹੈ, ਇਹ ਜਿਹਨੂੰ ਕਹਿੰਦੇ ਖੁਸ਼ੀਆਂ ਦਾ ਰਸਤਾ ਹੈ, ਚੰਗੀ ਸਿਹਤ ਦਾ ਰਸਤਾ ਹੈ, ਚੰਗੇ ਸਮਾਜ ਦਾ ਰਸਤਾ ਹੈ, ਅਤੇ ਇੱਕ ਵਧੀਆ ਮਨੁੱਖਤਾ ਦਾ ਰਸਤਾ ਹੈ। ਅਤੇ ਮੈਂ ਇਹ ਅਡਾਪਟ ਕਰਨ 'ਚ ਆਪਣਾ ਭਲਾ। ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ। ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਸਮਝਾਇਆ ਕਿ ਜੀਵਨ ਜਾਂਚ ਜੇਕਰ ਅਸੀਂ ਸਹੀ ਕਰ ਲਈਏ, ਜੇਕਰ ਅਸੀਂ ਖਾਣ ਪੀਣ ਆਪਣਾ ਠੀਕ ਕਰ ਲਈਏ, ਤਾਂ ਕੋਈ ਕਾਰਨ ਨਹੀਂ ਰਹਿ ਜਾਂਦਾ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਠੀਕ ਨਾ ਕਰ ਸਕੀਏ। ਜ਼ਰੂਰਤ ਹੈ ਕਿ ਅਸੀਂ ਆਪਣਾ ਖਾਣ ਪੀਣ ਠੀਕ ਕਰੀਏ। ਅਕਸਰ ਇਹ ਕਿਹਾ ਜਾਂਦਾ ਹੈ ਕਿ ਆਰਗੈਨਿਕ ਫੂਡ ਜਾਂ ਵਧੀਆ ਖਾਣੇ ਜਿਹੜੇ ਨੇ, ਜਿਹੜੇ ਨੈਚੁਰਲ ਖਾਣੇ ਨੇ ਉਹ ਮਹਿੰਗੇ ਨੇ, ਆਰਗੈਨਿਕ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਨੇ। ਲੇਕਿਨ ਅਗਰ ਦੇਖਿਆ ਜਾਵੇ ਤਾਂ ਜਿੰਨਾ ਪੈਸਾ ਅਗਰ ਆਪਾਂ ਦਵਾਈਆਂ 'ਤੇ ਖਰਚ ਕਰਦੇ ਹਾਂ, ਜੇਕਰ ਉਹ ਪੈਸਾ ਆਰਗੈਨਿਕ ਚੀਜ਼ਾਂ ਦੇ ਉੱਤੇ ਖਰਚ ਕਰੀਏ, ਮਹਿੰਗਾ ਜਿਹੜਾ ਅਗਰ ਚੀਜ਼ ਲੈ ਕੇ ਵੀ, ਵਧੀਆ ਚੀਜ਼ ਲੈ ਕੇ ਵੀ ਅਗਰ ਖਾ ਲੈਂਦੇ ਹਾਂ, ਤਾਂ ਉਹ ਪੈਸਾ ਦਵਾਈਆਂ ਬਚਾਉਂਦਾ। ਨਾ ਸਿਰਫ ਉਹ ਦਵਾਈਆਂ ਤੋਂ ਆਪਾਂ ਬਚਾਂਗੇ, ਸਰੀਰ ਬਚੇਗਾ, ਬਲਕਿ ਜਿਹੜਾ ਕਿਸਾਨ ਇੱਕ ਆਰਗੈਨਿਕ ਖੇਤੀ ਕਰ ਰਿਹਾ ਉਸ ਨੂੰ ਵੀ ਬੜਾਵਾ ਮਿਲੇਗਾ, ਉਸ ਨੂੰ ਵੀ ਜਿਹੜੀ ਹੈ ਉਸ ਦਾ ਵੀ ਜਿਹੜਾ ਮੋਰਾਲ ਬੂਸਟ ਹੋਏਗਾ, ਅਤੇ ਉਹ ਵੀ ਇਸ ਚੀਜ਼ ਨੂੰ ਬੜਾਵਾ ਦਿੰਦੇ ਹੋਏ ਜਦੋਂ ਵੱਧ ਚੀਜ਼ਾਂ ਪੈਦਾ ਹੋਣ ਲੱਗ ਜਾਣਗੀਆਂ ਅਤੇ ਆਪਣੇ ਆਪ ਜਿਹੜੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ, ਅਤੇ ਤੁਹਾਨੂੰ ਉਹ ਚੀਜ਼ਾਂ ਆਉਣ ਵਾਲੇ ਸਮੇਂ ਵਿੱਚ ਸਸਤੀਆਂ ਮਿਲਣਗੀਆਂ, ਵਧੀਆ ਵੀ ਮਿਲਣਗੀਆਂ, ਸਰੀਰ ਵੀ ਤੰਦਰੁਸਤ ਰਹੇਗਾ, ਅਤੇ ਜਿਹੜਾ ਅਸੀਂ ਖੁਸ਼ਹਾਲ ਜ਼ਿੰਦਗੀ ਜਿਹੜੀ ਹੈ ਇਹ ਜੀਵਨ ਜਿਹੜਾ ਜੀਵਾਂਗੇ। ਅਤੇ ਸਭ ਤੋਂ ਵੱਡੀ ਗੱਲ ਜਿਹੜਾ ਉਹ ਡਾਕਟਰ ਸਾਹਿਬ ਕਹਿੰਦੇ ਨੇ ਕਿ ਘੱਟੋ ਘੱਟ 125 ਸਾਲ ਦੀ ਉਮਰ ਹੋਣੀ ਚਾਹੀਦੀ ਆ। ਵਾਤਾਵਰਨ ਵੀ ਸ਼ੁੱਧ ਹੋਵੇਗਾ, ਪਾਣੀ ਵੀ ਸ਼ੁੱਧ ਹੋਏਗਾ, ਵਾਤਾਵਰਨ ਵੀ ਸ਼ੁੱਧ ਹੋਏਗਾ, ਹਰ ਚੀਜ਼ ਜਦੋਂ ਸ਼ੁੱਧ ਮਿਲਣ ਲੱਗ ਜਾਏਗੀ ਤਾਂ 125 ਸਾਲ ਜਿਹੜੀ ਹੈ ਉਹ ਕੋਈ ਵੱਡੀ ਚੀਜ਼ ਨਹੀਂ ਰਹਿ ਜਾਏਗੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਜਿਹੜੇ ਲੋਕ ਇਹ ਦਾਅਵਾ ਕਰ ਰਹੇ ਨੇ ਕਿ ਆਉਣ ਵਾਲੇ 20 ਸਾਲ ਦੇ ਵਿੱਚ ਸ਼ੂਗਰ ਦੀ ਰਾਜਧਾਨੀ ਬਣਨ ਜਾ ਰਿਹਾ ਹੈ ਭਾਰਤ, ਉਹਨਾਂ ਨੂੰ ਇਹ ਮੂੰਹ ਤੋੜ ਜਵਾਬ ਮਿਲ ਸਕੇ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਸ਼ੂਗਰ ਹਿੰਦੁਸਤਾਨ ਦੇ ਵਿੱਚੋਂ ਖਤਮ ਹੋਣ ਜਾ ਰਹੀ ਹੈ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।